सरकार अपने एक एक जिवें कहंदे ने कि कुछ क्रेडिट इस चीज़ का लैण का यतन कर रही है जी। परफॉर्मेंस खिडारियों ने दी है, नो डाउट। जे असी हुण तक की नाकामी का कि हुण तक के बहुते वधिया ओलंपिक के इतिहास का किसी सिर भांडा भरना होवे एक संस्था सिर ते वो भारत सरकार ही रही है। दिल्ली एयरपोर्ट ते क्योटो प्रोटोकोल दियां खूब धज्जियां उड्डियां, एयरपोर्ट के कुछ बाहर उड़ीकते रह गए, ढोल बजाते भंगड़े पाते रह गए, तो कुछ अंदर वड़ गए। जिहड़ा एक सामने बड़ा बैनर लगा होया सी, एक ग्रुप दे विच सारे खिडारियों दी मैडल जेतूआं दियां कुछ एक फोटो जड़ियां सी वो इकट्ठियां करके लाइयां गईयां सी। जिहड़ी सब तो क्लीयर फोटो साफ दिस रही सी वो नरेंद्र मोदी दी सी। मेरा अपना ख्याल है कि एक काली विच कीता होया अनऑर्गेनाइज समागम जिस विच सिर्फ इस गल का ख्याल रख लिया गया कि बैनर ते फोटो किस दी लाउणी है। हुण सरकारां ते कुछ भी कर सकदियां ने। पंजाब सरकार ने भी कबड्डी दे वर्ल्ड कप जिहड़े सी वो 3-4 जिहड़े करवा के बल्ले बल्ले खट्टण दा यतन कीता सी ते कुड़ियां दा जिहड़ा वर्ल्ड कप सी जदों भारत दी टीम ने जित लिया ते रात नूं जिहड़ा मैच होया उस दे विच कप भी उन्होंने दे दिता ते वो बाद विच कप चुक्की फिरन ते जिहड़े उन्हां नूं होर इनाम सी वो भी चुक्की फिर ते आटो रिक्शिਆਂ ਦੇ ਵਿੱਚ ਲੈ ਕੇ ਆਪਣੇ ਘਰਾਂ ਦੇ ਵਿੱਚ ਜਾਂ ਹੋਟਲਾਂ 'ਚ ਪਹੁੰਚੇ। ਹੋਰ ਕੇ ਇਸ ਤਰ੍ਹਾਂ ਦੇ ਸਮਝੌਤੇ ਨੇ ਵਾਤਾਵਰਨ ਨੂੰ ਲੈ ਕੇ ਜਿਨ੍ਹਾਂ ਤੇ ਕੁਝ ਦੇਸ਼ਾਂ ਨੇ ਸਾਈਨ ਤਾਂ ਕੀਤੇ ਹੋਏ ਨੇ ਪਰ ਜਿਵੇਂ ਸਮਝੌਤਿਆਂ ਨੂੰ ਮੰਨਿਆ ਕਿਸੇ ਮੁਲਕ ਨੇ। ਇਹ ਗੱਲ ਹੈ ਕਿ ਮਨੁੱਖ ਜਿਹੜਾ ਹੈ ਮੌਸਮ ਨੂੰ ਪ੍ਰਭਾਵਿਤ ਕਰ ਰਿਹਾ। ਉਹ ਹੁਣ ਕਿਹੜੇ ਤਰੀਕਿਆਂ ਨਾਲ ਕਰਦਾ ਹੈ ਕਿ ਇਨਸਾਨ ਦੇ ਸਰੀਰ ਵਿੱਚੋਂ ਕੋਈ ਗੈਸ ਇਹੋ ਜਿਹੀ ਨਿਕਲਦੀ ਹੈ ਜਾਂ ਹੀਟ ਨਿਕਲਦੀ ਜਿਸ ਨਾਲ ਮੌਸਮ ਗਰਮ ਹੋ ਰਿਹਾ? ਨਹੀਂ, ਇਨਸਾਨ ਦੇ ਕੰਮ ਜਿਹੜੇ ਨੇ ਉਹ ਮੌਸਮ ਨੂੰ ਗਰਮ ਕਰ ਰਹੇ ਨੇ। ਇਹ ਕੁਦਰਤ ਕਿਸੇ ਆਪਣੇ ਤਰੀਕੇ ਨਾਲ ਇਸ ਨੂੰ ਸਿਸਟਮ ਨੂੰ ਰੀਸੈਟ ਕਰੇਗੀ। ਸਭ ਲਈ ਜ਼ਿੰਮੇਵਾਰ ਸਿਰਫ ਔਰ ਸਿਰਫ ਇਨਸਾਨ ਹੈ, ਹੋਰ ਕੋਈ ਨਹੀਂ। ਵਿਗਿਆਨ ਇਹ ਕਹਿ ਰਿਹਾ, ਸਾਇੰਸਦਾਨ ਇਹ ਕਹਿ ਰਹੇ ਨੇ ਕਿ ਭਾਈ ਸੁਧਰ ਜਾਓ, ਇੱਥੇ ਹੀ ਰਹਿਣਾ ਔਰ ਇਹ ਆਪਣੀ ਨਸਲ ਜਿਹੜੀ ਆ ਅਗਾਂਹ ਵਾਲਿਆਂ ਵਾਸਤੇ ਕੁਝ ਨਾ ਕੁਝ ਛੱਡ ਕੇ ਜਾਵੇ। ਉੱਤਰੀ ਗੇਟਵੇ ਹੈ ਜਿਹੜਾ ਅਫਗਾਨਿਸਤਾਨ ਦਾ, ਉੱਥੇ ਇੱਕ ਕਸਬਾ ਹੈ ਕੁੰਦੂਜ਼, ਉਸ ਤੇ ਕਬਜ਼ਾ ਕਰਕੇ ਉਸ ਦੇ ਮੇਨ ਚੌਂਕ ਦੇ ਵਿੱਚ ਤਾਲਿਬਾਨ ਨੇ ਝੰਡਾ ਲਾ ਦਿੱਤਾ ਤੇ ਫੋਟੋਆਂ ਪਾ ਦਿੱਤੀਆਂ ਨੇ, ਆਹ ਦੇਖੋ ਸਾਡਾ ਕਬਜ਼ਾ ਹੋ ਗਿਆ। ਤਾਲਿਬਾਨ ਵਾਲੇ ਕਬਜ਼ਾ ਤੇ ਪੂਰੇ ਜ਼ੋਰ ਨਾਲ ਕਰ ਰਹੇ ਨੇ, ਪਰ ਜਿਹੜੇ ਇਹ ਕੁੰਦੂਜ਼ ਇਲਾਕੇ ਦੇ ਵਿੱਚ ਕੀਤਾ ਹੈ ਸ਼ਹਿਰ ਤੇ, ਉੱਥੇ ਦੀ ਅਹਿਮੀਅਤ ਖਾਸ ਹੈ। ਉੱਥੇ ਖਾਸ ਹੈ ਕਿ ਅਫਗਾਨਿਸਤਾਨ ਕਿਉਂਕਿ ਦੁਨੀਆ ਦੇ ਵਿੱਚ ਅਫੀਮ ਜਿਹੜੀ ਅਫਗਾਨਿਸਤਾਨ 'ਚ ਪੈਦਾ ਹੁੰਦੀ ਹੈ, ਇਸੇ ਰਸਤੇ ਵਿਸ਼ਵ ਦੀਆਂ ਮੰਡੀਆਂ ਨੂੰ ਨਿਕਲਦੀ ਹੈ ਕੁੰਦੂਜ਼ ਦੇ ਰਸਤੇ। ਕੁੰਦੂਜ਼ ਦੇ ਆਸ-ਪਾਸੇ ਇਸ ਉੱਤਰੀ ਗੇਟਵੇ ਦੇ ਆਸ-ਪਾਸੇ ਜਿਹੜੀ ਮਾਈਨਿੰਗ ਵੀ ਕਾਫੀ ਵੱਡੀ ਮਾਤਰਾ ਵਿੱਚ ਚੱਲਦੀ ਹੈ, ਜਿਸ ਦੇ ਵਿੱਚ ਖਣਿਜ ਪਦਾਰਥ ਵਗੈਰਾ ਕਹਿੰਦੇ ਨੇ ਕਿ ਕਾਫੀ ਰਿਚ ਨੇ ਅਫਗਾਨਿਸਤਾਨ ਦੇ ਵਿੱਚ। ਧਰਤੀ 'ਚ ਬਹੁਤ ਸਾਰੇ ਇਹੋ ਜਿਹੇ ਖਣਿਜ ਨੇ ਜਿਨ੍ਹਾਂ ਦੀ ਵਿਸ਼ਵ ਦੀ ਮੰਡੀ ਵਿੱਚ ਬਹੁਤ ਜ਼ਿਆਦਾ ਕੀਮਤ ਹੋ ਸਕਦੀ ਹੈ ਤੇ ਅਫੀਮ ਵੀ ਇਸੇ ਰਸਤੇ ਜਿਹੜੀ ਹੈ ਉਹ ਸਮਗਲ ਕੀਤੀ ਜਾਂਦੀ ਹੈ ਤੇ ਵੇਚੀ ਜਾਂਦੀ। ਇੱਕ ਸੁਪਰੀਮ ਕੋਰਟ ਦੇ ਵਕੀਲ ਨੇ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਅਸ਼ਵਨੀ ਉਪਾਧਿਆਏ, ਇਹਨਾਂ ਨੇ ਜੰਤਰ ਮੰਤਰ ਤੇ ਪੁਲਿਸ ਦੀ ਪਰਮਿਸ਼ਨ ਤੋਂ ਬਿਨਾਂ ਇੱਕ ਇਕੱਠ ਕੀਤਾ ਜਿਸ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਦੇ ਮੁੱਦੇ ਤੇ ਭੜਕਾਊ ਤਕਰੀਰਾਂ ਵੀ ਹੋਈਆਂ, ਨਾਅਰੇਬਾਜ਼ੀ ਜੰਮ ਕੇ ਹੋਈ, ਵੀਡੀਓ ਵੀ ਬਣਾਈ ਗਈ ਤੇ ਫੋਟੋਆਂ ਵੀ ਟਵਿੱਟਰ ਤੇ ਸਾਂਝੀਆਂ ਕੀਤੀਆਂ ਗਈਆਂ ਉਪਾਧਿਆਏ ਜੀ ਵੱਲੋਂ। ਤੇ ਪੁਲਿਸ ਨੇ ਜਦੋਂ ਦੇਖੀਆਂ ਤੇ ਪੁਲਿਸ, ਦਿੱਲੀ ਪੁਲਿਸ ਜਿਨ੍ਹਾਂ ਦੇ ਬਾਰੇ ਪਿਛਲੇ ਦਿਨਾਂ ਵਿੱਚ ਇੰਨੀਆਂ ਗੱਲਾਂ ਹੋਈਆਂ ਪਿਛਲੇ ਮਹੀਨਿਆਂ 'ਚ, ਉਹ ਕਹਿੰਦੇ ਜੀ ਅਸੀਂ ਅਣਪਛਾਤੇ ਲੋਕਾਂ ਦੇ ਖਿਲਾਫ ਕੇਸ ਦਰਜ ਕਰ ਲਿਆ। ਸਬੂਤ ਸਾਹਮਣੇ ਤੇ ਫਿਰ ਵੀ ਅਣਪਛਾਤੇ ਇੱਥੇ ਕਰ ਲਿਆ ਜਾਂਦਾ ਤੇ ਮੁਸਲਮਾਨਾਂ ਦੇ ਖਿਲਾਫ ਉਸ ਇਕੱਠ ਦੇ ਵਿੱਚ ਭੜਕਾਊ ਤਕਰੀਰਾਂ ਕੀਤੀਆਂ ਗਈਆਂ, ਭੜਕਾਊ ਨਾਅਰੇ ਲਾਏ ਗਏ, ਇੱਥੋਂ ਤੱਕ ਕਿ ਕੁਝ ਪ੍ਰਾਈਵੇਟ ਚੈਨਲਾਂ ਦੇ ਕੋਈ ਛੋਟੇ-ਮੋਟੇ ਕਾਰਕੁਨ ਜਾਂ ਕੈਮਰਾਮੈਨ ਜਾਂ ਰਿਪੋਰਟਰ ਉੱਥੇ ਪਹੁੰਚੇ ਤੇ ਉਹਨਾਂ ਨਾਲ ਧੱਕਾ ਮੁੱਕੀ ਕੀਤੀ ਗਈ ਤੇ ਉਹਨਾਂ ਵਿੱਚੋਂ ਇੱਕ ਨੂੰ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਣ ਲਈ ਮਜਬੂਰ ਵੀ ਕੀਤਾ ਗਿਆ ਤੇ ਜਦੋਂ ਉਹਨੇ ਨਾ ਕਰ ਦਿੱਤੀ ਤੇ ਫਿਰ ਉਸ ਨੂੰ ਜਹਾਦੀ ਕਹਿ ਕੇ ਜਿਹੜਾ ਸੀ ਉੱਥੇ ਭੰਡਿਆ ਗਿਆ। ਪੰਜਾਬੀ ਨੈਸ਼ਨਲ ਟੀਵੀ ਦੇ ਦਰਸ਼ਕਾਂ ਦਾ ਵਿਚਾਰ ਚਰਚਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ 'ਚ ਵੱਖ-ਵੱਖ ਮੁੱਦਿਆਂ ਤੇ ਮਾਹਿਰ ਮਹਿਮਾਨ ਦੇ ਵਿਚਾਰ ਜਾਣਦੇ ਹਾਂ ਤੇ ਅੱਜ ਦੇ ਪ੍ਰੋਗਰਾਮ ਜਿਹੜੇ ਮੁੱਦਿਆਂ ਤੇ ਗੱਲਬਾਤ ਕਰਨੀ ਹੈ ਉਹਦੇ ਵਿੱਚ ਪੈਗਾਸਸ ਦੇ ਪੰਜਾਬ ਨਾਲ ਜੁੜ ਰਹੇ ਨੇ ਤਾਰ, ਝੜੂਨੀ ਸੱਚਮੁੱਚ ਸਿਆਸਤ ਵਿੱਚ ਹੋ ਰਹੇ ਨੇ ਦਾਖਲ, ਤੀਜੀ ਲਹਿਰ ਦੇ ਬਾਰੇ ਭੰਬਲ ਪੂਸਾ ਕਿਉਂ ਹੈ ਬਰਕਰਾਰ,
ਤੇ ਗਲੋਬਲ ਵਾਰਮਿੰਗ ਤੇ ਕੀ ਕਹਿੰਦੀ ਹੈ ਰਿਪੋਰਟ। ਇਸ ਤੋਂ ਇਲਾਵਾ ਕੁਝ ਹੋਰ ਮੁੱਦੇ ਵਿਚਾਰਾਂਗੇ ਆਪਣੇ ਮਾਹਿਰ ਮਹਿਮਾਨ ਦੇ ਨਾਲ ਤੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਕੁਲਦੀਪ ਸਿੰਘ ਹੀਰ ਜੀ। ਕੁਲਦੀਪ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੇ ਪ੍ਰੋਗਰਾਮ 'ਚ। ਬਹੁਤ ਮਿਹਰਬਾਨੀ ਜੀ, ਥੈਂਕ ਯੂ। ਤੇ ਸ਼ੁਰੂਆਤ ਅੱਜ ਟੋਕੀਓ ਓਲੰਪਿਕ ਦੇ ਮੈਡਲ ਜੇਤੂਆਂ ਤੋਂ ਕਰਦੇ ਹਾਂ, ਕਿਉਂਕਿ ਉਹ ਦੇਸ਼ ਪਰਤ ਆਏ ਨੇ। ਉਹਨਾਂ ਦਾ ਸਵਾਗਤ ਕਿੱਦਾਂ ਦਾ ਕੀਤਾ ਗਿਆ ਦੇਸ਼ ਪਰਤਣ ਤੇ? ਇਹਨਾਂ ਵਿੱਚੋਂ ਕਈ ਸਾਰੇ ਪਹਿਲੇ ਹੀ ਪਰਤ ਆਏ ਸੀ ਜੀ। ਜਿਵੇਂ ਪਹਿਲੇ ਦਿਨ ਮੀਰਾਬਾਈ ਨੇ ਸਿਲਵਰ ਮੈਡਲ ਜਿੱਤ ਲਿਆ, ਜੀ। ਉਹ ਦੂਜੇ ਤੀਜੇ ਦਿਨ ਵਾਪਸ ਆ ਗਈ ਸੀ। ਪਰ ਕਲੋਜ਼ਿੰਗ ਸੈਰਾਮਨੀ ਦੇ ਵਿੱਚ ਸਾਡੇ ਕੁਝ ਖਿਡਾਰੀਆਂ ਨੇ ਹਿੱਸਾ ਲੈਣਾ ਸੀ ਜੀ। ਤੇ ਅਖੀਰਲੇ ਦਿਨ ਤੱਕ ਜਿਨ੍ਹਾਂ ਨੂੰ ਰੁਕਣਾ ਪੈਣਾ ਸੀ। ਇਸੇ ਤਰ੍ਹਾਂ ਹੀ ਚੱਲਦਾ ਹਰ ਵਾਰੀ। ਜੀ। ਕੁੱਲ 128 ਮੈਂਬਰ ਜਿਹੜੇ ਸੀ ਉੱਥੇ ਖਿਡਾਰੀ ਗਏ ਹੋਏ ਸੀ। ਜੀ। ਤੇ ਭਾਰਤ ਵਾਸਤੇ ਇਹ ਓਲੰਪਿਕਸ ਅੱਜ ਤੱਕ ਦੀਆਂ ਸਭ ਤੋਂ ਬਿਹਤਰੀਨ ਓਲੰਪਿਕਸ ਵਜੋਂ ਗਿਣੀਆਂ ਜਾ ਸਕਦੀਆਂ ਨੇ। ਜੀ। ਇੱਕ ਮੈਡਲ ਦੇ ਫਰਕ ਨਾਲ ਘੱਟੋ ਘੱਟ। ਜੀ। ਲੰਡਨ ਓਲੰਪਿਕਸ ਦੇ ਵਿੱਚ ਮੈਡਲ ਜਿੱਤੇ ਸੀ 6, ਇਸ ਵਾਰੀ ਹੋ ਗਏ ਨੇ 7। ਜੀ। 1 ਸੋਨੇ ਦਾ, 2 ਸਿਲਵਰ ਦੇ ਤੇ ਬਾਕੀ ਬ੍ਰੌਂਜ਼ ਦੇ। ਜੀ। ਹੁਣ ਇਹ ਪ੍ਰਾਪਤੀ ਆ ਆਪਣੇ ਆਪ ਦੇ ਵਿੱਚ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਜੀ। ਹਾਕੀ ਦੀ ਟੀਮ ਨੇ 41 ਸਾਲਾਂ ਦਾ ਸੋਕਾ ਖਤਮ ਕੀਤਾ ਹੈ ਤੇ ਨਵੀਂ ਆਸ ਦਿਖਾਈ ਹੈ। ਤੇ ਜਿਵੇਂ ਇੱਕੋ ਖੇਡ ਦੇ ਮਗਰ ਪਏ ਹੋਏ ਸਾਂ ਅਸੀਂ, ਤੇ ਸਾਨੂੰ ਲੱਗਣ ਲੱਗਾ ਕਿ ਸਾਡੇ ਕੋਲ ਹੋਰ ਵੀ ਕੁਝ ਹੈ ਜਿਨ੍ਹਾਂ ਦੇ ਮੈਚ ਅਸੀਂ ਲਾਈਵ ਨਾ ਆਉਣ ਟੀਵੀ ਤੇ ਅਸੀਂ ਰੌਲਾ ਰੱਪਾ ਪਾ ਸਕਦੇ ਹਾਂ। ਜੀ। ਵੱਡੀ ਵੱਡੀ ਗੱਲਾਂ ਜਿੰਨੀਆਂ ਅਸੀਂ ਕਰਦੇ ਹਾਂ ਉਸ ਖੇਡ ਦੇ ਬਾਬਤ, ਹਰ ਰਾਹ ਖੜੇ ਇਕੱਠੇ ਹੋ ਕੇ 2-4 ਵਿਅਕਤੀ ਨੌਜਵਾਨ ਜਦੋਂ ਕਿਤੇ ਇਕੱਠੇ ਹੁੰਦੇ ਨੇ ਤਾਂ ਉਸ ਦਾ ਜ਼ਿਕਰ ਕਰਦੇ ਨੇ। ਜੀ। ਕੀ ਇਸੇ ਤਰ੍ਹਾਂ ਬਾਕੀ ਖਿਡਾਰੀਆਂ ਤੇ ਹਾਕੀ ਖਿਡਾਰੀਆਂ ਦਾ ਵੀ ਹੋਇਆ ਕਰੇਗਾ? ਜੀ। ਸਰਕਾਰ ਆਪਣੇ ਇੱਕ ਜਿਵੇਂ ਕਹਿੰਦੇ ਨੇ ਕਿ ਕੁਝ ਕ੍ਰੈਡਿਟ ਇਸ ਚੀਜ਼ ਦਾ ਲੈਣ ਦਾ ਯਤਨ ਕਰ ਰਹੀ ਹੈ। ਜੀ। ਪਰਫਾਰਮੈਂਸ ਖਿਡਾਰੀਆਂ ਨੇ ਦਿੱਤੀ ਹੈ, ਨੋ ਡਾਊਟ। ਜੇ ਅਸੀਂ ਹੁਣ ਤੱਕ ਦੀ ਨਾਕਾਮੀ ਦਾ, ਕਿ ਹੁਣ ਤੱਕ ਦੇ ਬਹੁਤੇ ਵਧੀਆ ਓਲੰਪਿਕ ਦੇ ਇਤਿਹਾਸ ਦਾ ਕਿਸੇ ਸਿਰ ਭਾਂਡਾ ਭਰਨਾ ਹੋਵੇ ਇੱਕ ਸੰਸਥਾ ਸਿਰ, ਜੀ। ਤੇ ਉਹ ਭਾਰਤ ਸਰਕਾਰ ਹੀ ਰਹੀ ਹੈ। ਜੀ। ਕਿਉਂਕਿ ਮੂਲ ਰੂਪ ਦੇ ਵਿੱਚ ਇੱਥੇ ਖਿਡਾਰੀਆਂ ਨੂੰ ਸਹੂਲਤਾਂ ਜਾਂ ਕਿਸੇ ਤਰ੍ਹਾਂ ਦੇ ਉਹਨਾਂ ਨੂੰ ਮਾਣ ਭੱਤੇ ਜਾਂ ਉਹਨਾਂ ਦੇ ਖੇਡ ਜੀਵਨ ਸਮਾਪਤ ਹੋਣ ਤੋਂ ਬਾਅਦ ਜਿਹੜੀ ਉਹਨਾਂ ਦੀ ਸ਼ੈਲਫ ਲਾਈਫ ਹੈ, ਜੀ। ਉਸ ਦੇ ਵਿੱਚ ਉਹਨਾਂ ਨੂੰ ਇਨਫ ਸਪੋਰਟ ਦਾ ਨਾ ਹੋਣਾ, ਜੀ। ਇਹ ਸਾਰੀਆਂ ਚੀਜ਼ਾਂ ਇਸ ਵਿੱਚ ਗਿਣੀਆਂ ਜਾ ਸਕਦੀਆਂ ਨੇ ਕਿ ਸਰਕਾਰਾਂ ਨੇ ਅਜੇ ਤੱਕ ਬਹੁਤਾ ਕੁਝ ਕੀਤਾ ਨਹੀਂ। ਜੀ। ਡਰਾਮੇ ਰਚੇ ਸਮੇਂ-ਸਮੇਂ ਤੇ, ਪਰ ਕੋਈ ਖਾਸ ਜਿਹੜਾ ਸੀ ਇਹਨਾਂ ਪ੍ਰਤੀ ਕੀਤਾ ਨਹੀਂ ਗਿਆ। ਸੈਂਟਰ ਬਣਾ ਦਿੱਤੇ ਗਏ, ਟ੍ਰੇਨਿੰਗ ਸੈਂਟਰ, ਸਪੋਰਟ ਅਥਾਰਟੀ ਆਫ ਇੰਡੀਆ ਬਣਾ ਦਿੱਤੀ ਗਈ, ਖੇਡ ਮੰਤਰਾਲਾ ਵੀ ਹੈ, ਕਾਮਨਵੈਲਥ ਖੇਡਾਂ ਵੀ ਹੋਈਆਂ, ਏਸ਼ੀਅਨ ਖੇਡਾਂ ਵੀ ਇੱਥੇ 1-2 ਵਾਰੀ ਹੋਈਆਂ ਨੇ। ਪਰ ਇਸ ਸਭ ਦੇ ਚਲਦਿਆਂ ਭਾਰਤ ਕਿਤੇ ਨਾ ਕਿਤੇ ਪਛੜ ਜਾਂਦਾ ਰਿਹਾ। ਇੱਥੋਂ ਤੱਕ ਕਿ ਏਸ਼ੀਅਨ ਖੇਡਾਂ ਦੇ ਵਿੱਚ ਵੀ ਭਾਰਤ ਦੀ ਜੋ ਸਰਦਾਰੀ ਹੋਇਆ ਕਰਦੀ ਸੀ ਉਹ ਬਹੁਤ ਖਿਸਕ ਗਈ ਥੱਲੇ ਨੂੰ। ਕਿਉਂਕਿ ਏਸ਼ੀਅਨ ਖੇਡਾਂ ਦੇ ਵਿੱਚ ਜਿਹੜੇ ਮੁਲਕਾਂ ਨੇ ਭਾਰਤ ਨਾਲ ਕੰਪੀਟ, ਜਾਂ ਭਾਰਤ ਨੇ ਜਿਨ੍ਹਾਂ ਨਾਲ ਕੰਪੀਟ ਕਰਨਾ ਹੈ, ਉਹ ਤੇ ਪਹਿਲੇ ਓਲੰਪਿਕਸ ਵਿੱਚ ਬੜੇ ਮੈਡਲ ਲੈ ਕੇ ਆਉਂਦੇ ਨੇ। ਚੀਨ ਹੈ, ਜਾਪਾਨ ਹੈ, ਸੋ ਉਹਨਾਂ ਦਾ ਮੁਕਾਬਲਾ ਫਿਰ ਉੱਥੇ ਹੋ ਜਾਂਦਾ ਉਹਨਾਂ ਨਾਲ। ਇਸ ਕਰਕੇ ਏਸ਼ੀਅਨ ਖੇਡਾਂ ਦੇ ਵਿੱਚ ਮੈਡਲਾਂ ਦੀ ਗਿਣਤੀ ਵੀ ਘਟ ਜਾਂਦੀ ਹੈ ਭਾਰਤ ਦੀ। ਹੁਣ ਇਹ ਜਿਹੜੇ ਖਿਡਾਰੀ ਜਿੱਤੇ ਨੇ ਤੇ ਆਏ ਨੇ, ਜਿੰਨੇ ਕੁ ਬਾਅਦ ਦੇ ਆਖਰੀ ਫਲਾਈਟ ਵਿੱਚ ਆਏ ਨੇ, ਉਹਨਾਂ ਦਾ ਜ਼ੋਰਦਾਰ ਸਵਾਗਤ ਹੋਇਆ। ਪਰ ਉਹ ਸਵਾਗਤ ਜਿਹੜਾ ਸੀ ਕਿਸੇ ਤੌਰ ਤਰੀਕੇ ਨਾਲ ਹੋਣ ਦੀ ਬਜਾਏ ਕੇਓਸ, ਭੀੜ ਭੜੱਕੇ ਵਾਲਾ ਜ਼ਿਆਦਾ ਰਿਹਾ। ਦਿੱਲੀ ਏਅਰਪੋਰਟ ਤੇ ਕਿਓਟੋ ਪ੍ਰੋਟੋਕੋਲ ਦੀਆਂ ਖੂਬ ਧੱਜੀਆਂ ਉੱਡੀਆਂ। ਏਅਰਪੋਰਟ ਦੇ ਕੁਝ ਬਾਹਰ ਉਡੀਕਦੇ ਰਹਿ ਗਏ, ਢੋਲ ਵਜਾਉਂਦੇ, ਭੰਗੜੇ ਪਾਉਂਦੇ ਰਹਿ ਗਏ, ਤੇ ਕੁਝ ਅੰਦਰ ਵੜ ਗਏ। ਤੇ ਨਾਲ ਹੀ ਸਾਡੇ ਕੁਝ ਸੈਕਟਰੀ ਸਕੱਤਰ ਲੈਵਲ ਦੇ ਸਪੋਰਟ ਅਥਾਰਟੀ ਆਫ ਇੰਡੀਆ ਦੇ ਤੇ ਉਹਨਾਂ ਦੇ ਹੋਰ ਵੱਡੇ ਅਧਿਕਾਰੀ ਜਿਹੜੇ ਸੀ ਅੰਦਰ ਪਹੁੰਚ ਗਏ ਤੇ ਆਪਣੇ ਕੁਝ ਵਿਅਕਤੀਆਂ ਨੂੰ ਲੈ ਕੇ ਤੇ ਉੱਥੇ ਇੱਕ ਨਿਯਮਾਂ ਦੀਆਂ ਖੂਬ ਧੱਜੀਆਂ ਉਡਾਈਆਂ ਗਈਆਂ। ਤੇ ਖਿਡਾਰੀਆਂ ਨੂੰ ਜਿਹੜਾ ਸੀ ਇੱਕ ਕਿਸਮ ਦਾ ਜਾਨ ਬਚਾ ਕੇ ਭੱਜਣਾ ਪਿਆ। ਜਾਨ ਬਚਾ ਕੇ ਤਾਂ ਨਹੀਂ ਚਲੋ, ਪਰ ਉੱਥੋਂ ਆਪਣੇ ਆਪ ਨੂੰ ਬਚਾ ਕੇ ਜਿਹੜਾ ਸੀ ਉਹਨਾਂ ਨੂੰ ਬਚਾ ਕਰਕੇ ਕੱਢਣਾ ਪਿਆ। ਤੇ ਫਿਰ ਉਹਨਾਂ ਵਾਸਤੇ ਇੱਕ ਸਮਾਗਮ ਜਿਹੜਾ ਸੀ ਭਾਰਤ ਸਰਕਾਰ ਨੇ ਰੱਖਿਆ ਦਿੱਲੀ ਦੇ ਅਸ਼ੋਕਾ ਹੋਟਲ ਦੇ ਵਿੱਚ। ਉੱਥੇ ਇਹਨਾਂ ਖਿਡਾਰੀਆਂ ਨੂੰ ਸਨਮਾਨਿਤ ਕੀਤੇ ਜਾਣ ਦਾ ਪ੍ਰੋਗਰਾਮ ਰੱਖਿਆ ਗਿਆ। ਫੈਲੀਸੀਟੇਸ਼ਨ ਪ੍ਰੋਗਰਾਮ ਸੀ ਜਿਸ ਦੇ ਵਿੱਚ ਖਿਡਾਰੀਆਂ ਨੂੰ, ਜਿਨ੍ਹਾਂ ਨੇ ਮੈਡਲ ਜਿੱਤੇ, ਉਹਨਾਂ ਵਿੱਚੋਂ ਕਈ ਤਾਂ ਫਲਾਈਟ 'ਚ ਉਸੇ 'ਚ ਆਏ ਸਨ, ਕਈ ਪਹਿਲਾਂ ਵੀ ਜਿਹੜੇ ਆਏ ਹੋਏ ਸਨ ਉਹਨਾਂ ਨੂੰ ਵੀ ਬੁਲਾ ਲਿਆ ਗਿਆ ਤੇ ਸਾਰੇ ਤਾਂ ਨਹੀਂ ਪਹੁੰਚੇ। ਪਰ ਉਹ ਸਮਾਗਮ ਜਿਹੜਾ ਸੀ ਇੱਕ ਛੋਟੇ ਹਾਲ ਦੇ ਵਿੱਚ ਜ਼ਿਆਦਾ ਵਿਅਕਤੀਆਂ ਨੂੰ ਵਾੜ ਕੇ ਜਿਹੜਾ ਸੀ ਉੱਥੇ ਕਰਵਾਉਣ ਦਾ ਯਤਨ ਕੀਤਾ ਗਿਆ। ਜਦੋਂ ਪ੍ਰੈਸ ਵਾਲੇ ਵੀ ਉੱਥੇ ਪਹੁੰਚੇ, ਮਹਿਮਾਨ ਵੀ ਆ ਗਏ, ਖਿਡਾਰੀ ਵੀ ਆ ਗਏ, ਤੇ ਵੇਖਿਆ ਜਾ ਸਕਦਾ ਸੀ ਕਿ ਜਿਹੜਾ ਤੇ ਮੰਚ ਲੱਗਾ ਹੋਇਆ ਉਹ ਤੇ ਆਪਣੀ ਜਗ੍ਹਾ ਤੇ ਹੈ ਹੀ ਆ, ਪਰ ਜੋ ਸਾਹਮਣੇ ਸੀ ਕੁਰਸੀਆਂ ਦੇ ਵਿੱਚ ਭੀੜ ਭੜੱਕੇ ਵਾਲੀ ਸਥਿਤੀ ਜਿਹੜੀ ਆ ਦੇਖੀ ਜਾ ਸਕਦੀ ਸੀ। ਤੇ ਜਿਹੜਾ ਇੱਕ ਸਾਹਮਣੇ ਵੱਡਾ ਬੈਨਰ ਲੱਗਾ ਹੋਇਆ ਸੀ
ਉਸ ਬੈਨਰ ਦੇ ਵਿੱਚ ਇੱਕ ਕਲਸਟਰ ਦੇ ਵਿੱਚ, ਇੱਕ ਗਰੁੱਪ ਦੇ ਵਿੱਚ ਸਾਰੇ ਖਿਡਾਰੀਆਂ ਦੀਆਂ ਮੈਡਲ ਜੇਤੂਆਂ ਦੀਆਂ ਕੁਛ ਇੱਕ ਫੋਟੋ ਜਿਹੜੀਆਂ ਸੀ ਉਹ ਇਕੱਠੀਆਂ ਕਰਕੇ ਲਾਈਆਂ ਗਈਆਂ ਸੀ ਜੀ ਤੇ ਥੋੜੇ ਜਿਹੇ ਦੂਰ ਤੋਂ ਵੇਖਣ ਵਾਲੇ ਬੰਦੇ ਨੂੰ ਪਛਾਣਨਾ ਜਿਹੜਾ ਸੀ ਉਹ ਮੁਸ਼ਕਲ ਸੀ ਕਿ ਉਹਨਾਂ ਵਿੱਚੋਂ ਫਲਾਂ ਖਿਡਾਰੀ ਦੀ ਕਿਹੜੀ ਤੇ ਫਲਾਂ ਦੀ ਕਿਹੜੀ ਹੈ। ਜੀ ਜਿਹੜੀ ਸਭ ਤੋਂ ਕਲੀਅਰ ਫੋਟੋ ਸਾਫ਼ ਦਿਸ ਰਹੀ ਸੀ ਉਹ ਨਰਿੰਦਰ ਮੋਦੀ ਦੀ ਸੀ। ਜੀ ਉਹਨਾਂ ਦੀ ਫੋਟੋ ਭਾਵੇਂ ਉਹ ਸਮਾਗਮ ਦੇ ਵਿੱਚ ਹਾਜ਼ਰ ਨਹੀਂ ਸੀ, ਜੀ ਉੱਥੇ ਇਹਨਾਂ ਦੇ 2-3 ਮੰਤਰੀ ਕਿਰਨ ਰਿਜੀਜੂ ਤੇ ਅਨੁਰਾਗ ਠਾਕੁਰ ਵੀ ਸਨ, ਜੀ ਜਿਨ੍ਹਾਂ ਨੇ ਸਪੀਚਾਂ ਵੀ ਦਿੱਤੀਆਂ ਜੀ ਤੇ ਪ੍ਰਾਪਤੀਆਂ ਨੂੰ, ਚਲੋ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੱਤੀ ਹੈ, ਜੀ ਉਹਨਾਂ ਦਾ ਸਨਮਾਨ ਕੀਤਾ ਹੈ। ਮੇਰਾ ਆਪਣਾ ਖਿਆਲ ਹੈ ਕਿ ਇੱਕ ਕਾਹਲੀ ਵਿੱਚ ਕੀਤਾ ਹੋਇਆ ਅਨਆਰਗੇਨਾਈਜ਼ ਸਮਾਗਮ, ਜਿਸ ਵਿੱਚ ਸਿਰਫ ਇਸ ਗੱਲ ਦਾ ਖਿਆਲ ਰੱਖ ਲਿਆ ਗਿਆ ਕਿ ਬੈਨਰ ਤੇ ਫੋਟੋ ਕਿਸ ਦੀ ਲਾਉਣੀ ਹੈ। ਜੀ ਧੰਨਵਾਦ ਭਾਵੇਂ ਨਰਿੰਦਰ ਮੋਦੀ ਵੱਲੋਂ ਹੀ ਕੀਤਾ ਗਿਆ ਸੀ ਖਿਡਾਰੀਆਂ ਦਾ, ਜੀ ਪਰ ਉਹਨਾਂ ਨੇ ਹੀ ਸਮਾਗਮ ਰੱਖਿਆ ਸੀ, ਪਰ ਉੱਥੇ ਖੁਦ ਮੌਜੂਦ ਵੀ ਨਹੀਂ ਸਨ, ਹਾਲਾਂਕਿ ਰਾਜਧਾਨੀ ਦਾ ਇਹ ਸਮਾਗਮ ਸੀ। ਜੀ ਤੇ ਇਹ ਬਿਹਤਰ ਹੁੰਦਾ ਜੇ ਪਤਾ ਹੀ ਸੀ ਵੀ ਜਿੱਤ ਚੁੱਕੇ, 1-2 ਦਿਨ ਦਾ ਵਿੱਚ ਫਾਸਲਾ ਪੈ ਚੁੱਕਾ ਸੀ। ਸਰਕਾਰ ਹੈ ਕੀ ਨਹੀਂ ਕਰ ਸਕਦੀ, ਕਿਸੇ ਸਟੇਡੀਅਮ 'ਚ ਸਮਾਗਮ ਰੱਖਦੇ, ਜੀ ਕਿਸੇ ਖੁੱਲੀ ਜਗ੍ਹਾ ਤੇ ਰੱਖਦੇ ਤੇ ਦਿੱਲੀ ਦੇ ਸ਼ੋਕਾ ਹੋਟਲ ਦਾ ਬਿੱਲ ਕਿੰਨਾ ਬਣਾਇਆ ਹੋਵੇਗਾ। ਜੀ ਜੇ ਆਪਣੇ ਕਿਸੇ ਸਮਾਗਮ 'ਚ ਰੱਖਦੇ, ਉੱਥੇ ਜਿਹੜੇ ਖਿਡਾਰੀ ਨਹੀਂ ਵੀ ਮੈਡਲ ਜਿੱਤ ਕੇ ਆਏ, ਹੁਣ ਸਾਡੇ ਇੱਕ ਗੋਲਫਰ ਲੜਕੀ ਹੈ ਚੌਥੇ ਸਥਾਨ ਤੇ ਆਈ ਹੈ, ਜੀ ਹੋਰ ਵੀ ਕਈ ਆਏ ਨੇ ਇਸ ਤਰ੍ਹਾਂ, ਚੌਥੇ ਤੇ 5ਵੇਂ ਤੇ 6ਵੇਂ ਤੇ 7ਵੇਂ ਤੇ। ਜੀ ਲੜਕੀਆਂ ਨੇ ਸੈਮੀਫਾਈਨਲ ਖੇਡਿਆ, ਹਾਕੀ ਦੀਆਂ ਨੇ, ਜੀ ਸੈਮੀਫਾਈਨਲ ਦੇ ਵਿੱਚੋਂ ਭਾਵੇਂ ਉਹ ਹਾਰ ਗਈਆਂ ਨੇ, ਬ੍ਰੌਂਜ਼ ਮੈਡਲ ਨਹੀਂ ਜਿੱਤ ਸਕੀਆਂ, ਜੀ ਤੇ ਉਹਨਾਂ ਦੀ ਅਚੀਵਮੈਂਟ ਘਟਦਾ ਨਹੀਂ ਕਿਸੇ ਤੋਂ। ਬਿਲਕੁਲ ਜਿਸ ਤਰ੍ਹਾਂ ਦੀਆਂ ਉਹਨਾਂ ਨੂੰ ਫੈਸਿਲਿਟੀਜ਼ ਸੀ ਪਿਛਲੇ ਸਮੇਂ ਦੇ ਵਿੱਚ, ਤੇ ਜਿਸ ਤਰ੍ਹਾਂ ਦੀਆਂ ਮੁਸ਼ਕਲਾਂ ਉਹਨਾਂ ਨੇ ਝੱਲੀਆਂ ਨੇ, ਜੀ ਕਿ ਉਹ ਵੀ ਇਸ ਸਮਾਗਮ ਵਿੱਚ ਹਾਜ਼ਰ ਹੋ ਜਾਂਦੀਆਂ, ਤੇ ਕਿੰਨਾ ਕੁ ਮਾੜਾ ਤੇ ਨਹੀਂ ਸੀ, ਵਧੀਆ ਸੀ। ਜੀ ਖੈਰ ਬਾਰਿਸ਼ਾਂ ਹੋ ਰਹੀਆਂ ਨੇ ਨੀਰਜ ਚੋਪੜਾ ਤੇ ਬਹੁਤੀਆਂ, ਤੇ ਉਸ ਦੇ ਉੱਪਰ ਹਰਿਆਣਾ ਸਰਕਾਰ ਨੇ ਤੇ ਵੱਡੀ ਇਨਾਮੀ ਰਾਸ਼ੀ ਦੇਣੀ ਸੀ, ਪੰਜਾਬ ਸਰਕਾਰ ਨੇ ਵੀ ਦੇ ਦਿੱਤੀ ਹੈ, ਜੀ ਹੋਰਨਾਂ ਸੂਬਿਆਂ ਨੇ ਵੀ ਦੇ ਦਿੱਤੀ ਹੈ। ਹਾਕੀ ਖਿਡਾਰੀਆਂ ਨੂੰ ਵੀ ਇਸੇ ਤਰ੍ਹਾਂ ਕੁਝ ਗੱਫੇ ਮਿਲ ਰਹੇ ਨੇ। ਜੀ ਹਾਕੀ ਖਿਡਾਰਨਾਂ ਬਾਬਤ ਅਜੇ ਕੋਈ ਬਹੁਤੀ ਖਬਰ ਨਿਕਲ ਕੇ ਨਹੀਂ ਆ ਰਹੀ, ਜੀ ਉਹ ਅਜੇ ਪੰਜਾਬ ਪਰਤਣਗੇ ਹਾਕੀ ਖਿਡਾਰੀ ਤੇ ਖਿਡਾਰਨਾਂ ਜੀ ਅੱਜ ਕੱਲ੍ਹ ਦੇ ਵਿੱਚ, ਤੇ ਉਹਨਾਂ ਦਾ ਸਵਾਗਤ ਕਿਸ ਤਰ੍ਹਾਂ ਦਾ ਹੁੰਦਾ ਹੈ, ਪੰਜਾਬੀ ਫਿਰ ਮਹਿਮਾਨ ਨਵਾਜੀ ਦਿਖਾਉਣਗੇ, ਜੀ ਪਰ ਥੋੜਾ ਜਿਹਾ ਇਸ ਵਿੱਚ ਜ਼ਬਤ ਰੱਖਣਾ ਜਿਹੜਾ ਉਹ ਜ਼ਰੂਰੀ ਹੋਵੇਗਾ। ਜੀ ਮੈਂ ਵਿੱਚੋਂ ਤੁਹਾਨੂੰ ਟੋਕ ਰਹੀ ਹਾਂ, ਖਿਡਾਰੀ ਮੈਡਲ ਜਿੱਤ ਕੇ ਆ ਚੁੱਕੇ ਨੇ, ਇਨਾਮਾਂ ਦੀ ਝੜੀ ਦਾ ਐਲਾਨ ਹੋ ਚੁੱਕਾ ਹੈ, ਪਰ ਕੀ ਹੁਣ ਇਨਾਮ ਉਸੇ ਤਹਿਤ ਮਿਲਣਗੇ ਜਿਹੜੇ ਜਿਹੜੇ ਐਲਾਨੇ ਗਏ ਨੇ, ਜਾਂ ਉਹਨਾਂ ਦੇ ਵਿੱਚ ਕੁਝ ਕਮੀ ਆ ਜਾਏਗੀ? ਦੇਖੋ ਇਹ ਤਾਂ ਦੇਣ ਵਾਲਿਆਂ ਨੂੰ ਪਤਾ ਹੋਏਗਾ, ਜੀ ਇਨਾਮ ਜਿਹੜੇ ਨੇ ਦੇਣੇ ਤੇ ਚਾਹੀਦੇ ਨੇ। ਜੀ ਪਹਿਲਾਂ ਬੇਸਵਾਦੀਆਂ ਵੀ ਹੋਈਆਂ ਨੇ ਕਈ ਵਾਰੀ, ਜੀ ਕਈ ਖਿਡਾਰੀਆਂ ਨੂੰ ਕੋਈ ਪੋਸਟ ਆਫਰ ਕਰ ਦਿੱਤੀ ਗਈ, ਜੀ ਇਹ ਕਈ ਖਿਡਾਰੀਆਂ ਦੇ ਮਾਮਲੇ 'ਚ ਹੋਇਆ। ਜੀ ਕਈਆਂ ਨੂੰ ਆਫਰ ਕੀਤੀ ਗਈ ਤੇ ਉਹਨਾਂ ਨੇ ਪੋਸਟ ਲਈ ਨਾ, ਜੀ ਜਦੋਂ ਉਹਨਾਂ ਦੀ ਬਹੁਤ ਜ਼ਿਆਦਾ ਬੱਲੇ ਬੱਲੇ ਸੀ, ਫਿਰ ਜਦੋਂ ਥੋੜਾ ਜਿਹਾ ਖੇਡ ਜੀਵਨ ਥੱਲੇ ਨੂੰ ਜਾਣ ਲੱਗਾ, ਜੀ ਫਿਰ ਉਹ ਕਹਿੰਦੇ ਕਿ ਸਾਨੂੰ ਹੁਣ ਪੋਸਟ ਤੁਸੀਂ ਦੇ ਦਿਓ। ਜੀ ਫਿਰ ਸਰਕਾਰਾਂ ਆਕੜ ਜਾਂਦੀਆਂ ਨੇ ਕਿ ਨਹੀਂ ਹੁਣ ਨਹੀਂ। ਜੀ ਹੁਣ ਕਈ ਜਗ੍ਹਾ ਤੇ ਇਹੋ ਜਿਹਾ ਰੌਲਾ ਵੀ ਪਿਆ ਕਿ ਕੁਆਲੀਫਾਈਡ ਨਹੀਂ ਹੈ ਭਾਈ, ਜੇ ਜਿਹੜੀ ਪੋਸਟ ਉਹਨਾਂ ਨੂੰ ਆਫਰ ਕੀਤੀ ਗਈ ਸੀ ਉਹਦੇ ਮੁਕਾਬਲਤਨ ਸਾਡੀ ਔਰਤਾਂ ਦੀ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੇ ਮਾਮਲੇ ਵਿੱਚ ਇਸ ਤਰ੍ਹਾਂ ਹੋਇਆ ਸੀ ਜੀ ਕਿ ਸਰਟੀਫਿਕੇਟ ਦਾ ਇੱਕ ਦਾ ਰੌਲਾ ਪੈ ਗਿਆ ਸੀ ਕਿ ਉਸ ਦੀ ਕੁਆਲੀਫਿਕੇਸ਼ਨ ਜੋ ਦੱਸੀ ਜਾ ਰਹੀ ਹੈ ਉਹ ਅਸਲ ਵਿੱਚ ਨਹੀਂ ਹੈ, ਜੀ ਇਸ ਕਰਕੇ ਜਿਹੜਾ ਅਹੁਦਾ ਉਹਨੂੰ ਦਿੱਤਾ ਜਾ ਰਿਹਾ ਸੀ ਉਹ ਨਹੀਂ ਹੋਵੇਗਾ। ਜੀ ਹੁਣ ਸਰਕਾਰਾਂ ਤੇ ਕੁਝ ਵੀ ਕਰ ਸਕਦੀਆਂ ਨੇ। ਜੀ ਪੰਜਾਬ ਸਰਕਾਰ ਨੇ ਵੀ ਕਬੱਡੀ ਦੇ ਵਰਲਡ ਕੱਪ ਜਿਹੜੇ ਸੀ ਉਹ 3-4 ਜਿਹੜੇ ਕਰਵਾ ਕੇ ਬੱਲੇ ਬੱਲੇ ਖੱਟਣ ਦਾ ਯਤਨ ਕੀਤਾ ਸੀ, ਤੇ ਕੁੜੀਆਂ ਦਾ ਜਿਹੜਾ ਵਰਲਡ ਕੱਪ ਸੀ ਜਦੋਂ ਭਾਰਤ ਦੀ ਟੀਮ ਨੇ ਜਿੱਤ ਲਿਆ, ਤੇ ਰਾਤ ਨੂੰ ਜਿਹੜਾ ਮੈਚ ਹੋਇਆ ਉਸ ਦੇ ਵਿੱਚ ਕੱਪ ਵੀ ਉਹਨਾਂ ਨੂੰ ਦੇ ਦਿੱਤਾ, ਜੀ ਤੇ ਉਹ ਬਾਅਦ ਵਿੱਚ ਕੱਪ ਚੁੱਕੀ ਫਿਰਨ, ਤੇ ਜਿਹੜੇ ਉਹਨਾਂ ਨੂੰ ਹੋਰ ਇਨਾਮ ਸੀ ਉਹ ਵੀ ਚੁੱਕੀ ਫਿਰ, ਤੇ ਆਟੋ ਰਿਕਸ਼ਿਆਂ ਦੇ ਵਿੱਚ ਲੈ ਕੇ ਆਪਣੇ ਘਰਾਂ ਦੇ ਵਿੱਚ ਜਾਂ ਹੋਟਲਾਂ 'ਚ ਪਹੁੰਚੀਆਂ, ਜੀ ਸੜਕਾਂ ਤੇ ਖਲੋਤੀਆਂ ਹੋਈਆਂ ਸਨ, ਉਹਨਾਂ ਨੂੰ ਕੋਈ ਰਾਈਡ ਦੇਣ ਵਾਲਾ ਨਹੀਂ ਸੀ। ਜੀ ਇਸ ਤਰ੍ਹਾਂ ਦਾ ਵੀ ਸਿਸਟਮ ਇੱਥੇ ਹੋਇਆ। ਜੀ ਖਿਡਾਰੀਆਂ ਦੀ ਮੰਦੀ ਹਾਲਤ ਬਹੁਤ ਰਹੀ ਹੈ। ਇਹਨਾਂ ਵਿੱਚੋਂ ਕੁਝ ਇੱਕ ਪੁਰਾਣੇ ਖਿਡਾਰੀਆਂ 'ਚੋਂ ਬੜੇ ਆਰਗੇਨਾਈਜ਼ ਤਰੀਕਿਆਂ ਨਾਲ ਜਾਂ ਕੋਈ ਕਾਰੋਬਾਰ ਦੇ ਵਿੱਚ ਪੈ ਗਏ ਜਾਂ ਨੌਕਰੀਆਂ ਸੀ ਜਾਂ ਜਿਵੇਂ ਵੀ ਸੀ, ਜੀ ਉਹਨਾਂ ਨੇ ਤੇ ਆਪਣੇ ਆਪ ਨੂੰ ਸਾਂਭ ਸੰਭਾਲ ਲਿਆ। ਜੀ ਪਰ ਕੁਝ ਇੱਕ ਵਿਚਾਰੇ ਜਿਹੜੇ ਓਲੰਪਿਕਸ ਦੇ ਵਿੱਚ ਬਹੁਤ ਵੱਡੀਆਂ ਪੋਜੀਸ਼ਨਾਂ, ਜਿਨ੍ਹਾਂ ਦੀਆਂ ਚੰਗੀਆਂ ਪੋਜੀਸ਼ਨਾਂ ਸਨ, ਚੰਗੀ ਪੋਜੀਸ਼ਨਾਂ ਦੇ ਵਿੱਚ ਸੀ, ਅੱਜ ਉਹ ਮੰਦੇ ਹਾਲਾਤਾਂ ਦੇ ਵਿੱਚ ਜਿਉਣ ਲਈ ਮਜਬੂਰ ਨੇ। ਜੀ ਇਹਨਾਂ ਗੱਲਾਂ ਕਰਕੇ ਨੌਜਵਾਨ ਖੇਡਾਂ ਵੱਲ ਨੂੰ ਜਾਂਦੇ ਨਹੀਂ ਸੀ, ਜੀ ਤੇ ਕਿਉਂ ਕਿ ਜਿਹੜਾ ਤਾਂ ਸਿਖਰ ਤੇ ਪਹੁੰਚ ਜਾਂਦਾ ਸੀ ਉਸ ਦੀ ਤੇ ਪੂਰੀ ਪੁੱਛ ਪੜਤਾਲ ਹੁੰਦੀ ਸੀ। ਜਿਹੜਾ ਇੱਕ ਪੌਡਾ ਵੀ ਥੱਲੇ ਰਹਿ ਜਾਂਦਾ ਸੀ ਨਾ, ਭਾਵੇਂ ਜਿਵੇਂ ਪੌੜੀ ਦੇ 12 ਪੌਡੇ ਹੋਣ, ਜੇ ਕੋਈ 10ਵੇਂ ਤੱਕ ਪਹੁੰਚ ਗਿਆ ਉਹਨੂੰ ਪੁੱਛਣ ਵਾਲਾ ਕੋਈ ਨਹੀਂ ਹੈ, ਪੁੱਛ ਉਸੇ ਦੀ ਹੈ ਜਿਹੜਾ 11ਵੇਂ ਜਾਂ 12ਵੇਂ ਤੇ ਹੈ। ਐਵੇਂ ਨਹੀਂ ਕਹਿੰਦੇ ਚੜ੍ਹਦੇ ਸੂਰਜ ਨੂੰ ਸਲਾਮ ਹੋ। ਜੀ ਚਲੋ, ਇਹ ਮੇਰੇ ਕਹਿਣ ਤੋਂ ਭਾਵ ਹੈ ਕਿ ਇਸ ਤਰ੍ਹਾਂ ਦੀਆਂ ਪਤਾ ਨਹੀਂ ਕਿੰਨੀਆਂ ਕੁ ਉਦਾਹਰਨਾਂ ਹੋਣਗੀਆਂ, ਪੰਜਾਬ ਵਿੱਚ ਹੀ ਪਤਾ ਨਹੀਂ ਕਿੰਨੀਆਂ ਕੁ ਹੋਣਗੀਆਂ। ਚੰਗੀ ਗੱਲ ਇਹ ਸੀ ਵੀ ਸਰਕਾਰ ਇਹਨੂੰ ਬਿਹਤਰ ਤਰੀਕੇ ਨਾਲ ਆਰਗੇਨਾਈਜ਼ ਕਰਦੀ, ਸਾਰਿਆਂ ਨੂੰ ਸਨਮਾਨਿਤ ਕਰਦੀ ਜਿੰਨੇ ਉੱਥੇ ਗਏ ਸਨ ਕੁਆਲੀਫਾਈ ਹੋ ਕੇ, ਤਾਂ ਕਿ ਸਾਰਿਆਂ ਨੂੰ ਉਤਸ਼ਾਹਿਤ ਜਿਹੜਾ ਸੀ ਕੀਤਾ ਜਾ ਸਕਦਾ। ਕਿਉਂਕਿ ਓਲੰਪਿਕ ਖੇਡਾਂ ਜਿਹੜੀਆਂ ਹਨ ਉੱਥੇ ਇਸ ਤਰ੍ਹਾਂ ਮੈਡਲ ਦਿੱਤੇ ਜਾਂਦੇ ਨੇ, ਕੋਈ ਇਨਾਮੀ ਰਾਸ਼ੀ ਨਹੀਂ ਹੁੰਦੀ, ਕਿਉਂਕਿ ਇਹ ਖੇਡ ਮੁਕਾਬਲਾ ਹੋਰ ਕਿਸਮ ਦਾ ਹੁੰਦਾ।
ਤੇ ਕੁਲਦੀਪ ਜੀ, ਅਗਲੇ ਮੁੱਦੇ ਤੇ ਤੁਹਾਡੇ ਵਿਚਾਰ ਜਾਣਾਂਗੇ ਪ੍ਰੈਸ ਬ੍ਰੇਕ ਤੋਂ ਬਾਅਦ। ਸੋ ਪੰਜਾਬੀ ਨੈਸ਼ਨਲ ਟੀਵੀ ਦੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਾਂਗੇ। ਅੰਤਰਾਲ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ। ਤੇ ਹੀਰ ਸਾਹਿਬ, ਗੱਲ ਹੁਣ ਵਾਤਾਵਰਣ ਦੀ ਕਰਦੇ ਹਾਂ, ਕਿਉਂਕਿ ਵਾਤਾਵਰਣ ਦੇ ਜਿਹੋ ਜਿਹੇ ਹਾਲਾਤ ਨਜ਼ਰ ਆ ਰਹੇ ਨੇ। ਪਹਿਲੇ ਰੁੱਤਾਂ ਹੁੰਦੀਆਂ ਸੀ, ਗਰਮੀ ਦੀ ਰੁੱਤ ਪਤਾ ਸੀ ਇਸ ਮਹੀਨੇ ਤੋਂ ਲੈ ਕੇ ਇਸ ਮਹੀਨੇ ਤੱਕ ਰਹਿਣੀ ਹੈ, ਸਰਦੀ ਦਾ ਫਿਕਸ ਹੀ ਇੰਨੇ ਮਹੀਨੇ ਪੈਣੀ ਹੈ, ਬਰਸਾਤ ਫਿਕਸ ਹੀ ਇੰਨੇ ਮਹੀਨੇ ਪੈਣੀ ਹੈ। ਪਰ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਕਦੋਂ ਬਰਸਾਤ ਆ ਜਾਂਦੀ, ਕਦੋਂ ਠੰਡ ਲੱਗਣ ਲੱਗ ਪੈਂਦੀ, ਕਦੋਂ ਗਰਮੀ ਲੱਗਣ ਲੱਗ ਪੈਂਦੀ। ਇਹ ਸਾਰਾ ਕੁਝ ਗਲੋਬਲ ਵਾਰਮਿੰਗ ਦੇ ਤੌਰ ਤੇ ਆਪਾਂ ਦੇਖਦੇ ਹਾਂ। ਤੇ ਉਹਨਾਂ ਨੇ ਰਿਪੋਰਟ ਇੱਕ ਜਨਤਕ ਕੀਤੀ ਹੈ, ਤੇ ਉਸ ਰਿਪੋਰਟ 'ਚ ਕੀ ਖੁਲਾਸੇ ਕੀਤੇ ਨੇ ਉਹਨਾਂ ਨੇ? ਅਸਲ 'ਚ ਬਹੁਤ ਸਾਰੀਆਂ ਸੰਸਥਾਵਾਂ ਤੇ ਬਹੁਤ ਸਾਰੇ ਮਾਪਦੰਡ ਬਣਾਉਣ ਦਾ ਯਤਨ ਜਿਹੜਾ ਕੀਤਾ ਗਿਆ ਪਿਛਲੇ ਸਮੇਂ ਦੇ ਵਿੱਚ। ਜੀ। ਕਿਓਟੋ ਪ੍ਰੋਟੋਕੋਲ ਹੈ, ਹੋਰ ਕਈ ਇਸ ਤਰ੍ਹਾਂ ਦੇ ਸਮਝੌਤੇ ਨੇ ਵਾਤਾਵਰਣ ਨੂੰ ਲੈ ਕੇ, ਜਿਨ੍ਹਾਂ ਤੇ ਕੁਝ ਦੇਸ਼ਾਂ ਨੇ ਸਾਈਨ ਤਾਂ ਕੀਤੇ ਹੋਏ ਨੇ, ਪਰ ਜਿਵੇਂ ਸਮਝੌਤਿਆਂ ਨੂੰ ਮੰਨਿਆ ਕਿਸੇ ਮੁਲਕ ਨਹੀਂ ਹੈ। ਜੀ। ਅਜੇ ਤੱਕ ਜਿੰਨੇ ਵੱਡੇ ਵੱਡੇ ਸਮਝੌਤੇ ਹੋਏ ਨੇ ਉਹਨਾਂ ਵਿੱਚੋਂ ਕਈ ਕੰਟਰੀ ਬੈਕ ਆਊਟ ਵੀ ਕਰ ਗਏ ਨੇ। ਕਿ ਦੇਖੋ, ਕਈ ਕੰਟਰੀ ਨੇ ਤਾਂ ਇੱਥੋਂ ਤੱਕ ਗੱਲ ਮੰਨ ਲਈ ਕਿ ਜੋ ਇਸ ਵਿੱਚ ਲਿਖਿਆ ਗਿਆ ਉਹ ਸੰਭਵ ਨਹੀਂ ਹੈ। ਉਹਨਾਂ ਟੀਚਿਆਂ ਤੱਕ ਪਹੁੰਚਣਾ, ਕਾਰਬਨ ਐਮਿਸ਼ਨ ਨੂੰ ਘੱਟ ਕਰਨਾ ਜਾਂ ਹੋਰ ਕਿਸੇ ਤਰੀਕੇ ਜਿਹੜੇ ਗ੍ਰੀਨ ਹਾਊਸ ਗੈਸਿਸ ਦੀ ਐਮਿਸ਼ਨ ਹੈ, ਜਿਹੜੀਆਂ ਜ਼ਹਿਰੀਲੀਆਂ ਗੈਸਾਂ ਦਾ ਤੇ ਗਰਮ ਗੈਸਾਂ ਦਾ ਰਿਸਾਵ ਹੈ, ਉਹਨਾਂ ਨੂੰ ਘੱਟ ਕਰਨਾ ਸਾਡੇ ਵੱਸ 'ਚ ਨਹੀਂ ਹੈ। ਇਸ ਕਰਕੇ ਅਸੀਂ ਸਮਝੌਤੇ 'ਤੇ ਸਾਈਨ ਕਰਕੇ ਸਾਡਾ ਮਤਲਬ ਨਹੀਂ ਬਣਦਾ। ਅਸੀਂ ਇਸ ਸਮਝੌਤੇ ਤੋਂ ਪਿੱਛੇ ਹਟਦੇ ਹਾਂ। ਜਦੋਂ ਸਾਡੇ ਕੋਲ ਫੁਰਸਤ ਹੋਈ ਅਸੀਂ ਹੌਲੀ ਹੌਲੀ ਕਰਨ ਦਾ ਯਤਨ ਕਰਾਂਗੇ ਆਪਣੇ ਤਰੀਕਿਆਂ ਨਾਲ, ਪਰ ਅਸੀਂ ਇਸ ਸਮਝੌਤੇ ਵਿੱਚ ਸ਼ਾਮਲ ਨਹੀਂ। ਹੁਣ ਇੱਕ ਸੰਸਥਾ ਹੈ IPCC, ਇੰਟਰ ਗਵਰਨਮੈਂਟਲ ਪੈਨਲ ਔਨ ਕਲਾਈਮੇਟ ਚੇਂਜ। ਇਹ ਸੰਸਥਾ ਸੰਯੁਕਤ ਰਾਸ਼ਟਰ ਦੀ ਹੈ, UN ਦੀ ਹੈ। ਇਹ ਪਿਛਲੇ ਤਕਰੀਬਨ 35-40 ਸਾਲ ਤੋਂ ਕੰਮ ਕਰ ਰਹੀ ਹੈ। ਇਸ ਨੇ 6ਵੀਂ ਰਿਪੋਰਟ ਜਿਹੜੀ ਹੈ ਪ੍ਰਕਾਸ਼ਿਤ ਕੀਤੀ ਹੈ। ਪਹਿਲੀ ਰਿਪੋਰਟ 1992 ਦੇ ਵਿੱਚ ਜਿਹੜੀ ਹੈ ਉਹ ਦਿੱਤੀ ਸੀ। ਇਸ ਰਿਪੋਰਟ ਦੇ ਵਿੱਚ ਖੁਲਾਸੇ ਜਿਹੜੇ ਨੇ, ਜੇ ਕੋਈ ਵਾਤਾਵਰਨ ਪ੍ਰੇਮੀ ਹੈ, ਵਾਤਾਵਰਨ ਪ੍ਰਤੀ ਚਿੰਤਤ ਹੈ, ਸੁਚੇਤ ਹੈ ਤੇ ਜਾਣਕਾਰੀ ਰੱਖਦਾ ਹੈ, ਉਸ ਲਈ ਇਹ ਹੈਰਾਨੀਜਨਕ ਅੰਕੜੇ ਨਹੀਂ। ਉਹ ਤੇ ਆਖੇਗਾ ਕਿ ਬਿਲਕੁਲ ਗੱਲ ਠੀਕ ਹੈ, ਇਹੋ ਹੀ ਗੱਲ ਤੇ ਅਸੀਂ ਆਖ ਰਹੇ ਹਾਂ, ਤੇ ਇਹ ਰਿਪੋਰਟ ਨੇ ਵੀ ਗੱਲ ਕਹਿ ਦਿੱਤੀ ਹੈ। ਹੁਣ ਕੌਣ ਨਹੀਂ ਮੰਨੇਗਾ ਇਹਨਾਂ ਰਿਪੋਰਟਾਂ ਨੂੰ? ਜਿਨ੍ਹਾਂ ਨੇ ਕੰਮ ਕਰਨਾ ਅਸਲ ਦੇ ਵਿੱਚ ਇਹਨੂੰ ਰੋਕਣ ਦਾ। ਜੀ। ਉਹ ਕੌਣ ਨੇ? ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਤੇ ਉਹਨਾਂ ਤੋਂ ਪਿਛਲੇ ਕਈ ਅਮਰੀਕਾ ਦੇ ਰਾਸ਼ਟਰਪਤੀ ਵੀ, ਕਈ ਸੈਕਟਰੀ ਲੈਵਲ ਵੀ ਸਟੇਟ ਦੇ, ਤੇ ਕਈ ਹੋਰ ਅਧਿਕਾਰੀ ਵੀ, ਤੇ ਕਈ ਕੰਪਨੀਆਂ ਦੇ ਕਈ ਲੋਕ ਤੇ ਕਈ ਹੋਰਨਾਂ ਦੇਸ਼ਾਂ ਦੇ ਆਗੂ ਇਹ ਗੱਲ ਗਾਹੇ ਬਗਾਹੇ ਕਹਿ ਦਿੰਦੇ ਨੇ ਕਿ ਵਾਤਾਵਰਨ ਤਬਦੀਲੀ ਦਾ ਰੌਲਾ ਰਪਾ ਹੈ, ਇਹ ਮੌਸਮ ਗਰਮ ਨਹੀਂ ਹੋ ਰਿਹਾ, ਕੁਝ ਨਹੀਂ ਹੋ ਰਿਹਾ, ਇਹ ਐਵੇਂ ਰੌਲਾ ਰਪਾ ਸੰਗਠਨਾਂ ਨੇ ਪਾਇਆ ਹੋਇਆ, ਇਹਦੇ ਬਾਰੇ ਧਿਆਨ ਦੇਣ ਦੀ ਲੋੜ ਨਹੀਂ। ਹੁਣ ਯਕੀਨ ਕਿਸੇ ਦਾ ਕੀਤਾ ਜਾਵੇ, ਜੇ ਤੇ ਸਾਇੰਸਦਾਨਾਂ ਵਾਲੇ ਪਾਸੇ ਨੂੰ ਯਕੀਨ ਕਰਨਾ, ਤੇ ਇਹ ਜਿਹੜੀ ਰਿਪੋਰਟ ਤਿਆਰ ਕੀਤੀ ਗਈ ਹੈ, ਇਸ ਵਿੱਚ 195 ਵੱਖਰੇ ਵੱਖਰੇ ਸੰਗਠਨ, ਵਿਅਕਤੀਗਤ ਸੰਗਠਨ, ਪ੍ਰਾਈਵੇਟ ਜਾਂ ਸਰਕਾਰੀ ਜਾਂ ਸਰਕਾਰਾਂ, ਉਹਨਾਂ ਤੋਂ ਰਿਪੋਰਟਾਂ ਲੈ ਕੇ ਇਸ ਗੱਲ ਨੂੰ, ਰਿਪੋਰਟ ਨੂੰ ਤਿਆਰ ਕੀਤਾ ਗਿਆ। ਹੁਣ ਇਸ ਦੇ ਵਿੱਚ ਕੀ ਆਖਿਆ ਗਿਆ? ਇੱਕ ਤੇ ਇਹ ਗੱਲ ਹੈ ਕਿ ਮਨੁੱਖ ਜਿਹੜਾ ਹੈ ਮੌਸਮ ਨੂੰ ਪ੍ਰਭਾਵਿਤ ਕਰ ਰਿਹਾ। ਮਨੁੱਖ, ਹਿਊਮਨ, ਉਹ ਹੁਣ ਕਿਹੜੇ ਤਰੀਕਿਆਂ ਨਾਲ ਕਰਦਾ ਹੈ? ਕੀ ਇਨਸਾਨ ਦੇ ਸਰੀਰ ਵਿੱਚੋਂ ਕੋਈ ਗੈਸ ਇਹੋ ਜਿਹੀ ਨਿਕਲਦੀ ਹੈ ਜਾਂ ਹੀਟ ਨਿਕਲਦੀ ਜਿਸ ਨਾਲ ਮੌਸਮ ਗਰਮ ਹੋ ਰਿਹਾ? ਨਹੀਂ। ਇਨਸਾਨ ਦੇ ਕੰਮ ਜਿਹੜੇ ਨੇ ਉਹ ਮੌਸਮ ਨੂੰ ਗਰਮ ਕਰ ਰਹੇ ਨੇ, ਵਾਤਾਵਰਨ ਤਬਦੀਲੀਆਂ ਆ ਰਹੀਆਂ ਨੇ। ਇਸ ਸਦੀ ਦੇ ਅੰਤ ਤੱਕ ਇਹ ਦਾਅਵਾ ਕੀਤਾ ਗਿਆ ਇਸ ਰਿਪੋਰਟ ਦੇ ਵਿੱਚ ਕਿ ਜਦੋਂ ਤੱਕ ਇਹ 2000 ਵਾਲਾ ਅੰਕੜਾ ਖਤਮ ਹੋ ਜਾਏਗਾ, ਜਦੋਂ ਅਸੀਂ 2100 ਵਿੱਚ ਜਾਂ 22ਵੀਂ ਸਦੀ ਦੇ ਵਿੱਚ ਪੈਰ ਰੱਖਾਂਗੇ, ਤੇ ਸਮੁੰਦਰ ਦਾ ਲੈਵਲ ਜਿਹੜਾ ਹੈ 2 ਮੀਟਰ ਉੱਚਾ ਹੋ ਜਾਵੇਗਾ, ਤਕਰੀਬਨ 6 ਫੁੱਟ। ਹੁਣ 6 ਫੁੱਟ ਉੱਚਾ ਹੋਣ ਦਾ ਸਮੁੰਦਰ ਦਾ ਲੈਵਲ ਜਿਹੜਾ ਹੈ, ਮਤਲਬ, ਤੇ ਕਈ ਸ਼ਹਿਰ ਦੁਨੀਆ ਦੇ ਸਮੁੰਦਰੀ ਤੱਟ ਤੋਂ ਨੀਵੇਂ ਵੀ ਨੇ, ਕਈ ਬਰਾਬਰ ਜਿਹੇ ਨੇ, ਕਈਆਂ 'ਚ ਅਜੇ ਵੀ ਪਾਣੀ ਆ ਜਾਂਦਾ, ਇਟਲੀ ਦੇ ਵਿੱਚ ਕਈ ਸ਼ਹਿਰਾਂ 'ਚ। ਉਹ ਤਾਂ ਫਿਰ ਉਹਨਾਂ ਦੀ ਤਾਂ ਵਜੂਦ ਖਤਮ ਹੋਣ ਦੇ ਕੰਢੇ ਹੋ ਜਾਵੇਗਾ। ਇਹ ਗੱਲ ਆਖੀ ਗਈ ਹੈ ਕਿ 2 ਮੀਟਰ ਤੱਕ ਸਮੁੰਦਰੀ ਪਾਣੀ ਜਿਹੜਾ ਉੱਚਾ ਹੋ ਜਾਵੇਗਾ ਸਾਰੇ ਦੁਨੀਆ ਦਾ। ਹੁਣ ਸਮੁੰਦਰੀ ਪਾਣੀ ਜਿਹੜਾ ਹੈ ਪਹਿਲਾਂ ਹੀ ਬਹੁਤ ਹੈ। ਦੁਨੀਆ ਭਰ ਦੇ ਵਿੱਚ ਜਿੰਨਾ ਪਾਣੀ ਮੌਜੂਦ ਹੈ ਉਸ ਵਿੱਚੋਂ ਵੱਡੀ ਮਿਕਦਾਰ ਜਿਹੜੀ ਹੈ, ਬਲਕਿ ਬਹੁਤ ਵੱਡੀ ਮਿਕਦਾਰ ਉਹ ਖਾਰੇ ਦੀ ਹੈ।
ਪੀਣ ਵਾਲਾ ਜਿਹੜਾ ਮਿੱਠਾ ਪਾਣੀ ਹੈ ਜਿਹੜਾ ਉਹ ਬਹੁਤ ਥੋੜਾ ਹੈ, ਉਸ ਦੀ ਗਿਣਤੀ ਹੈ, ਉਸ ਦੀ ਘਾਟ ਦਿਨੋਂ ਦਿਨ ਮਹਿਸੂਸ ਹੋਵੇਗੀ। ਸਮੁੰਦਰ ਭਰ ਰਹੇ ਨੇ ਕਿਉਂਕਿ ਸਾਡੇ ਗਲੇਸ਼ੀਅਰ ਜਿਹੜੇ ਬਰਫ਼ ਜਿੱਥੇ ਸਦੀਆਂ ਦੀ ਬਰਫ਼ ਪਈ ਹੋਈ ਹੈ ਉਹ ਪਿਘਲ ਰਹੇ ਨੇ ਤੇ ਪਿਘਲ ਕੇ ਪਾਣੀ ਜਿਹੜਾ ਹੈ ਸਮੁੰਦਰਾਂ ਵਿੱਚ ਭਰ ਰਿਹਾ ਤੇ ਸਮੁੰਦਰ ਉੱਚੇ ਹੋ ਰਹੇ ਨੇ। ਇਸੇ ਤਰ੍ਹਾਂ ਗਲੇਸ਼ੀਅਰ ਪਿਘਲ ਰਹੇ ਨੇ, ਆਰਕਟਿਕ ਵੀ ਪਿਘਲ ਰਿਹਾ ਤੇ ਨਾਲ ਕਿਹੜੀ ਚੀਜ਼ਾਂ ਤੇ ਅਸਰ ਹੋਵੇਗਾ? ਉਹਨਾਂ ਨੇ ਕਿਹਾ ਕਿ ਸਭ ਤੋਂ ਵੱਡਾ ਅਸਰ ਇਸ ਦਾ ਇਨਸਾਨ ਤੇ ਤਾਂ ਪੈਣਾ ਹੀ ਹੈ ਪਰ ਜਾਨਵਰਾਂ ਤੇ ਵੀ ਬਹੁਤ ਵੱਡਾ ਅਸਰ ਪਏਗਾ। ਇੱਕ ਅੰਦਾਜ਼ੇ ਮੁਤਾਬਕ ਆਸਟ੍ਰੇਲੀਆ ਦੇ ਜੰਗਲਾਂ ਵਿੱਚ ਪਿੱਛੇ ਜੇ ਲੱਗੀ ਅੱਗ ਦੇ ਵਿੱਚ ਦੱਸਿਆ ਗਿਆ ਕਿ 3 ਕਰੋੜ ਤੋਂ ਵੱਧ ਛੋਟੇ ਤੋਂ ਵੱਡਾ ਜਾਨਵਰ ਮਾਰਿਆ ਗਿਆ ਹੋ ਸਕਦਾ ਹੈ ਜੀ। ਅੰਦਾਜ਼ਾ ਲਾਇਆ, ਰਿਪੋਰਟਾਂ ਹੈ ਵੱਖਰੇ ਵੱਖਰੇ ਤਰੀਕਿਆਂ ਨਾਲ ਪ੍ਰਕਾਸ਼ਿਤ ਕੀਤੀਆਂ ਗਈਆਂ ਔਰ 1500 ਤੋਂ ਵੱਧ ਵੱਖਰੇ ਵੱਖਰੇ ਸੋਰਸਿਸ ਤੋਂ ਜਾਣਕਾਰੀ। 195 ਤੇ ਸਰਕਾਰਾਂ ਸੀ ਨਾ ਜੀ ਤੇ ਇਹ ਇੱਕ ਲੰਬੀ ਚੌੜੀ ਰਿਪੋਰਟ ਜਿਹੜੀ ਹੈ 1500 ਵਿਅਕਤੀਆਂ ਨੇ ਤਿਆਰ ਕੀਤੀ ਜੀ। ਮਤਲਬ ਕਿ ਇਨਸਾਨ ਜਿਹੜਾ ਹੈ ਉਹ ਵਿਕਾਸ ਦੀ ਬਜਾਏ ਵਿਨਾਸ਼ ਵੱਲ ਵੱਧ ਰਿਹਾ। ਇਹਨੂੰ ਸਮ ਅਪ ਤੇ ਇਸੇ ਤਰ੍ਹਾਂ ਹੀ ਕਰ ਸਕਦੇ ਹਾਂ ਜੀ ਪਰ ਜਿਹੜੀ ਮੈਂ ਹੁਣ ਇਸ ਦੀਆਂ ਕੁਝ ਹੋਰ ਮੱਦਾਂ ਨੇ ਉਹ ਵੀ ਮੈਂ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰਨੀਆਂ ਨੇ ਜੀ। ਗਰਮ ਹਵਾ ਤੇ ਹੁਮਸ ਜਿਹੜਾ ਹਿਊਮਿਡਿਟੀ ਜਿਹਨੂੰ ਕਹਿੰਦੇ ਆ ਜੀ ਇਹ ਵਧੇਗੀ ਆਉਣ ਵਾਲੀ ਸਦੀ ਦੇ ਵਿੱਚ ਜੀ ਤੇ ਤੇਜ਼ ਰਫ਼ਤਾਰ ਨਾਲ ਵਧੇਗੀ ਜੀ। ਸਮੁੰਦਰੀ ਲੈਵਲ ਦੀ ਮੈਂ ਗੱਲ ਕੀਤੀ ਸੀ, ਜਿੰਨਾ ਸਮੁੰਦਰੀ ਲੈਵਲ 1990 ਤੋਂ ਬਾਅਦ ਵਧਿਆ ਹੈ ਉਹ ਉਸ ਤੋਂ ਪਹਿਲਾਂ ਦੇ ਇਸ ਦੀ ਉਚਾਈ ਵਧਣ ਦੇ ਰਫ਼ਤਾਰ ਦੇ ਨਾਲ ਉਸ ਨੂੰ ਮਿਣਿਆ ਜਾਵੇ ਤੇ ਇਸ ਦੇ ਵਧਣ ਦੀ ਰਫ਼ਤਾਰ 10 ਗੁਣਾ ਜ਼ਿਆਦਾ ਹੋਣਾ ਜਿਹੜੇ ਹੁਣ ਦੇ ਸਾਲ ਨੇ 30 ਸਾਲ ਨੇ ਜੀ। ਹੁਣ 1850 ਤੋਂ 1900 ਦੇ ਮੁਕਾਬਲੇ 2011 ਤੋਂ ਲੈ ਕੇ 2020 ਦੇ ਵਿੱਚ ਜੀ ਜਿਹੜੀ ਗਰਮੀ ਧਰਤੀ ਦਾ ਤਾਪਮਾਨ ਜਿਹੜਾ ਹੈ 1.09% ਵੱਧ ਚੁੱਕਾ ਹੈ, ਡਿਗਰੀ ਵੱਧ ਚੁੱਕਾ ਹੈ ਜੀ। ਇਹ ਦਿਨੋਂ ਦਿਨ ਵੱਧ ਰਿਹਾ ਜੀ। ਹੁਮਸ ਵਧੇਗੀ, ਗਰਮੀ ਵਧੇਗੀ ਪਰ ਮੌਨਸੂਨ ਤੇ ਹੋਰ ਜਿਹੜੀਆਂ ਬਰਸਾਤਾਂ ਹੁੰਦੀਆਂ ਨੇ ਉਹ ਵੀ ਵਧਣਗੀਆਂ ਜਿਸ ਨਾਲ ਹੜ੍ਹਾਂ ਨਾਲ ਪੈਦਾ ਹੋਣ ਵਾਲੇ ਖਤਰੇ ਜਿਹੜੇ ਨੇ ਉਹ ਜ਼ਿਆਦਾ ਹੋਣਗੇ ਜੀ। ਹੁਣ ਇਹ ਰਿਪੋਰਟ ਦੇ ਵਿੱਚ ਇਸ ਗੱਲ ਨੂੰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਠੰਡ ਨਾਲ ਨਹੀਂ, ਇਸ ਤਰ੍ਹਾਂ ਠੰਡ ਦੀਆਂ ਵੀ ਰਿਪੋਰਟਾਂ ਆਉਂਦੀਆਂ ਨੇ ਜੀ ਕਿ ਠੰਡ ਨਾਲ ਫਲਾਣੇ ਜਗ੍ਹਾ ਤੇ ਇੰਨੀ ਜ਼ਿਆਦਾ ਬਰਫ਼ਬਾਰੀ ਹੋਈ ਹੈ, ਤੂਫਾਨ ਆਏ ਬਰਫੀਲੇ ਤੇ ਜਾਨੀ ਮਾਲੀ ਨੁਕਸਾਨ ਹੋਇਆ, ਉਸ ਬਾਰੇ ਕੀ ਆਖੋਗੇ? ਗਰਮੀ ਦਾ ਤਾਂ ਰੌਲਾ ਤੁਸੀਂ ਪਾ ਰਹੇ ਹੋ ਜੀ। ਉਹ ਕਹਿੰਦੇ ਜੀ ਗੱਲ ਸਹੀ ਹੈ ਪਰ ਜੇ ਮੁਕਾਬਲਤਨ ਦੇਖਿਆ ਜਾਵੇ ਜਿਹੜੇ ਗਰਮੀ ਨਾਲ ਪੈਦਾ ਹੋਣ ਵਾਲੀਆਂ ਸਥਿਤੀਆਂ ਨੇ ਉਹਨਾਂ ਨਾਲ ਪੈਦਾ ਹੋਣ ਵਾਲੇ ਕੁਦਰਤੀ ਨੁਕਸਾਨ ਨੇ ਉਹਨਾਂ ਦੀ ਗਿਣਤੀ ਠੰਡ ਨਾਲ ਹੋਣ ਵਾਲੇ ਕੁਦਰਤੀ ਨੁਕਸਾਨਾਂ ਤੋਂ ਕਈ ਗੁਣਾ ਜ਼ਿਆਦਾ ਹੋ ਚੁੱਕੀ ਹੈ ਜੀ। ਮੈਂ ਪ੍ਰਜਾਤੀਆਂ ਜਾਨਵਰਾਂ ਦੀਆਂ ਕਹਿੰਦੇ ਨੇ ਕਿ ਜਿਵੇਂ ਜਿਹੜੇ ਆਰਕਟਿਕ ਦੇ ਵਿੱਚ ਰਹਿੰਦੇ ਨੇ ਤਾਂ ਹੋਰ ਕੇ ਜਗ੍ਹਾ ਤੇ ਜਿਹੜੇ ਬਹੁਤੇ ਗਰਮ ਜਿਹੜੇ ਮਾਹੌਲ ਦੇ ਵਿੱਚ ਰਹਿਣ ਦੇ ਆਦੀ ਨਹੀਂ ਜੀ, ਜੇ ਕੁਦਰਤੀ ਤੌਰ ਤੇ ਜਾਂ ਇੱਕਦਮ ਤੇਜ਼ੀ ਨਾਲ ਜੇ ਤਾਂ ਹੌਲੀ ਹੌਲੀ ਵੱਧਦੀ ਹੈ ਤਾਂ ਫਿਰ ਤਾਂ ਢਾਲ ਲੈਣਗੇ, ਜੇ ਇੱਕਦਮ ਵੱਧ ਗਈ ਜੀ ਤੇ ਫਿਰ ਉਹ ਆਪਣੇ ਆਪ ਨੂੰ ਢਾਲ ਨਹੀਂ ਸਕਣਗੇ ਤਾਂ 40% ਦੀ ਪ੍ਰਜਾਤੀਆਂ ਕਈ ਜਾਨਵਰਾਂ ਦੀਆਂ ਖਾਸ ਜੰਗਲਾਂ ਦੇ ਵਿੱਚ ਲੁਪਤ ਹੋ ਸਕਦੀਆਂ ਨੇ ਜੀ ਆਉਣ ਵਾਲੀ ਸਦੀ 'ਚ, ਅਗਲੇ 80 ਸਾਲਾਂ 'ਚ ਜੀ। ਤੇ ਇਹ ਬੜੇ ਹੈਰਾਨੀਜਨਕ ਆંકੜੇ ਨੇ ਜਿਨ੍ਹਾਂ ਤੇ ਸਾਨੂੰ ਗੌਰ ਕਰਨਾ ਬਣਦਾ ਹੈ ਜੀ। ਹੁਣ ਜੇ ਇਹਨੂੰ ਸਮ ਅਪ ਕਰਨਾ ਹੋਵੇ ਥੋੜ੍ਹੇ ਅੱਖਰਾਂ ਦੇ ਵਿੱਚ, ਇੱਕ ਗੱਲ ਤੇ ਇਹ ਹੈ ਕਿ ਜਾਣ ਦੇ ਸਾਰੇ ਨੇ ਇਸ ਰਿਪੋਰਟ ਦੇ ਵਿੱਚ ਆਖਿਆ ਗਿਆ ਕਿ ਸਾਰੀਆਂ ਸਰਕਾਰਾਂ ਨੂੰ ਪਤਾ ਹੈ ਕਿ ਨੁਕਸ ਕਿੱਥੇ ਹੈ ਤੇ ਕਿਵੇਂ ਠੀਕ ਹੋਣਾ ਹੈ ਪਰ ਕੰਮ ਕੋਈ ਨਹੀਂ ਕਰ ਰਿਹਾ, ਕੋਈ ਕਾਰਵਾਈ ਨਹੀਂ ਹੋ ਰਹੀ। ਦੂਸਰਾ ਇਹ ਕਿ ਸਾਡੇ ਕੋਲ ਸਮਾਂ ਸਾਰੇ ਕੰਮ ਕਰਨ ਲਈ ਬਹੁਤ ਥੋੜ੍ਹਾ ਹੈ, ਤਕਰੀਬਨ ਖਤਮ ਹੋ ਚੁੱਕਾ ਹੈ। ਜੇ ਹੁਣ ਅਸੀਂ ਇਸ ਨੂੰ ਹੋਰ ਲੇਟ ਕਰਦੇ ਤਾਂ ਸਥਿਤੀ ਸਾਡੇ ਹੱਥੋਂ ਨਿਕਲ ਸਕਦੀ ਹੈ। ਫਿਰ ਕੁਦਰਤ ਕਿਸੇ ਆਪਣੇ ਤਰੀਕੇ ਨਾਲ ਇਸ ਨੂੰ ਸਿਸਟਮ ਨੂੰ ਰੀਸੈਟ ਕਰੇਗੀ ਜਾਂ ਫਿਕਸ ਕਰੇਗੀ, ਇਸ ਗੱਲ ਦਾ ਵੀ ਕੋਈ ਗਿਆਨ ਨਹੀਂ ਜੀ। ਸਭ ਲਈ ਜ਼ਿੰਮੇਵਾਰ ਸਿਰਫ ਔਰ ਸਿਰਫ ਇਨਸਾਨ ਹੈ, ਹੋਰ ਕੋਈ ਨਹੀਂ ਜੀ। ਤੇ ਇਸੇ ਕਰਕੇ ਤਾਂ ਲੋਕ ਜਿਹੜੇ ਨੇ ਚੰਦ ਤੇ ਕਲੋਨੀਆਂ ਵਸਾਉਣ ਦੀ ਸੋਚ ਰਹੇ ਨੇ ਕਿਉਂਕਿ ਧਰਤੀ ਤੇ ਤਾਂ ਜਗ੍ਹਾ ਰਹਿਣ ਨਹੀਂ ਦੇਣੀ ਰਹਿਣ ਲਈ। ਇਹ ਤਾਂ ਜੇ ਬਹੁਤ ਦੂਰ ਦਰਾਡੇ ਦੀਆਂ ਗੱਲਾਂ ਨੇ ਜੀ। ਅਜੇ ਤੇ ਧਰਤੀ ਜਿਹੜੀ ਹੈ ਨਾ ਜੀ ਇਹੋ ਹੀ ਇਨਸਾਨ ਲਈ ਜਗ੍ਹਾ ਬੜੀ ਹੋਈ ਹੈ ਜੀ। ਉੱਥੇ ਤੇ ਜਿੱਥੇ ਅਜੇ ਸਾਹ ਲੈਣ ਲਈ ਪੂਰੀ ਆਕਸੀਜਨ ਤੇ ਪੀਣ ਲਈ ਪਾਣੀ ਤੇ ਇਹ ਜਿਹੜੀਆਂ ਕੁਦਰਤੀ ਬੁਨਿਆਦੀ ਲੋੜਾਂ ਹੁੰਦੀਆਂ ਨੇ ਮਨੁੱਖੀ ਸਰੀਰ ਵਾਸਤੇ, ਜੇ ਉੱਥੇ ਉਹ ਹੀ ਨਹੀਂ ਹੈ, ਉਗਾਉਣ ਲਈ ਧਰਤੀ ਨਹੀਂ ਹੈ ਜੀ, ਤੇ ਫਿਰ ਉੱਥੇ ਜਾ ਕੇ ਕਰਨਾ ਵੀ ਕੀ ਹੈ? ਨਹੀਂ, ਵਿਗਿਆਨੀ ਕਰ ਸਕਦੇ ਬਹੁਤ ਕੁਝ ਵੈਸੇ, ਥੋੜੇ ਕੁ ਵਿਅਕਤੀ ਜਾਣਗੇ ਜੀ। ਪਰ ਅਜੇ ਵਿਗਿਆਨ ਇਹ ਕਹਿ ਰਿਹਾ, ਜੇ ਵਿਗਿਆਨੀਆਂ ਦੇ ਹਿਸਾਬ ਨਾਲ ਹੀ ਚੱਲਣਾ ਹੈ ਜੀ, ਵਿਗਿਆਨ ਇਹ ਕਹਿ ਰਿਹਾ, ਸਾਇੰਸਦਾਨ ਇਹ ਕਹਿ ਰਹੇ ਨੇ ਕਿ ਭਾਈ ਸੁਧਰ ਜਾਓ, ਇੱਥੇ ਹੀ ਰਹਿਣਾ ਔਰ ਇਹ ਆਪਣੀ ਨਸਲ ਜਿਹੜੀ ਆ ਅਗਾਂਹ ਵਾਲਿਆਂ ਵਾਸਤੇ ਕੁਝ ਨਾ ਕੁਝ ਛੱਡ ਕੇ ਜਾਵੇ, ਇਸ ਚੀਜ਼ ਤੋਂ ਬਚੋ ਤੇ ਅਸੀਂ ਇਸ ਮੌਸਮ ਤੋਂ ਇਸ ਨੂੰ ਜਿਹੜੀ ਇੱਕਦਮ ਤੇਜ਼ੀ ਨਾਲ ਤਬਦੀਲੀ ਆ ਰਹੀ ਹੈ ਇਸ ਤੋਂ ਬਚੀਏ।
ਮਤਲਬ ਇਹ ਹੈ ਕਿ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਉਹੀ ਉਦਾਂ ਦੀ ਸਾਫ਼ ਹਵਾ ਦੇ ਕੇ ਜਾਈਏ ਜਿਹੋ ਜੀ ਸਾਨੂੰ ਸਾਡੇ ਬਜ਼ੁਰਗਾਂ ਨੇ ਦਿੱਤੀ ਹੈ। ਬਿਲਕੁਲ ਤੇ ਇਸ ਲਈ ਕੋਸ਼ਿਸ਼ ਸਾਨੂੰ ਸਾਰਿਆਂ ਨੂੰ ਕਰਨੀ ਦੇਖੋ, ਅਸੀਂ ਪਏਗੀ। ਜਾਨਵਰਾਂ ਸਾਨੂੰ ਇਹ ਤੇ ਪਤਾ ਹੈ ਕਿ ਸ਼ਿਕਾਰ ਕਰ ਕਰਕੇ ਬਹੁਤੇ ਜਾਨਵਰਾਂ ਦੀਆਂ ਪ੍ਰਜਾਤੀਆਂ ਖਤਮ ਕੀਤੀਆਂ ਗਈਆਂ। ਜੀ ਭਾਰਤ ਦੇ ਵਿੱਚ ਹੁਣ ਕਈ ਵਾਰੀ ਕਈ ਵਾਰੀ ਅਖਬਾਰਾਂ ਦੇਖਦੇ ਆ ਜਾਂ ਆਮ ਮੀਡੀਆ ਤੇ ਦੇਖਦੇ ਆ ਕਿ ਫਲਾਨੀ ਜਗ੍ਹਾ ਤੇ ਚੀਤਾ ਮਿਲਿਆ। ਜੀ ਚੀਤੇ ਤੇ ਭਾਰਤ ਵਿੱਚ ਐਕਸਟੈਂਟ ਹੋ ਚੁੱਕੇ ਨੇ। ਜੀ ਬਹੁਤ ਸਾਲ ਪਹਿਲਾਂ ਉਹ ਜਿਹੜੇ ਸੀ ਸ਼ਿਕਾਰ ਕਰ ਕਰਕੇ ਮੁਕਾ ਦਿੱਤੇ ਗਏ। ਦੁਨੀਆ ਦਾ ਸਭ ਤੋਂ ਤੇਜ਼ ਭੱਜਣ ਵਾਲਾ ਜਾਨਵਰ ਹੈ। ਜੀ ਤੇ ਹੁਣ ਕਿਸੇ ਕੰਟਰੀ ਤੋਂ ਹੋਰ ਤੋਂ ਲਿਆ ਕੇ ਉਹਨਾਂ ਨੂੰ ਦੁਬਾਰਾ ਇੱਥੇ ਛੱਡਣ ਦਾ, ਵਸਾਉਣ ਦਾ ਮਨ ਜਿਹੜਾ ਹੈ ਉਹ ਬਣਾਇਆ ਜਾ ਰਿਹਾ ਜੀ। ਹੈ। ਪਰ ਇਸ ਤਰ੍ਹਾਂ ਹੌਲੀ ਹੌਲੀ ਜਿਹੜਾ ਇਨਸਾਨ ਆਪਣੇ ਪੈਰ ਪਸਾਰਦਾ ਜਾ ਰਿਹਾ ਤੇ ਜਾਨਵਰਾਂ ਦੀ ਜਗ੍ਹਾ ਜਿਹੜੀ ਹੈ ਘਟਦੀ ਜਾ ਰਹੀ ਹੈ ਤੇ ਉਹ ਇਨਸਾਨ ਲਈ ਵੀ ਔਖਾ ਹੀ ਰਿਹਾ। ਜੀ ਤੇ ਕੁਲਦੀਪ ਜੀ, ਅਗਲੇ ਮੁੱਦੇ ਤੇ ਤੁਹਾਡੇ ਕੋਲੋਂ ਵਿਸਥਾਰ 'ਚ ਜਾਣਾਂਗੇ ਪਰ ਬ੍ਰੇਕ ਤੋਂ ਬਾਅਦ। ਸੋ ਪੰਜਾਬੀ ਨੈਸ਼ਨਲ ਟੀਵੀ ਤੇ ਵਿਚਾਰ ਚਰਚਾ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਹੀਰ ਸਾਹਿਬ, ਹੁਣ ਗੱਲ ਕਰਦੇ ਹਾਂ ਤਾਲਿਬਾਨੀਆਂ ਦੀ। ਬੜਾ ਭਖਦਾ ਹੋਇਆ ਮਸਲਾ ਹੈ ਕਿਉਂਕਿ ਅਫਗਾਨਿਸਤਾਨੀ ਪਿੱਛੇ ਹਟ ਰਹੇ ਨੇ ਤੇ ਉਹ ਆਪਣੇ ਪੈਰ ਪਸਾਰ ਰਹੇ ਨੇ, ਤੇ ਇਸ ਸਾਰੇ ਮਾਮਲੇ 'ਚ ਹੁਣ ਕਾਰਵਾਈ ਕਿੱਥੋਂ ਤੱਕ ਪਹੁੰਚ ਗਈ ਹੈ? ਤਾਲਿਬਾਨ ਬੇਸਿਕਲੀ ਤਾਂ ਜੇ ਲਫ਼ਜ਼ੀ ਮਾਨੇ ਇੱਕ ਦਿਨ ਅੱਗੇ ਵੀ ਦੱਸਿਆ ਸੀ ਕਿ ਵਿਦਿਆਰਥੀਆਂ ਦੀ ਜਮਾਤ ਹੋ ਸਕਦੀ ਹੈ ਜੀ, ਪਰ ਉਹ ਕਿਹੜੀ ਪੜ੍ਹਾਈ ਉਹਨਾਂ ਨੇ ਪੜ੍ਹੀ ਹੋਈ ਹੈ ਕਿ ਤਕਰੀਬਨ 20 ਸਾਲ ਅਮਰੀਕਾ ਵਾਲੇ ਉਹਨਾਂ ਨਾਲ ਮੱਥਾ ਮਾਰ ਕੇ ਤੇ ਵਾਪਸ ਮੁੜ ਗਏ ਨੇ। ਜੀ 31 ਅਗਸਤ ਜਿਹੜੀ ਆ ਉਹ ਆਖਰੀ ਤਰੀਕ ਦਿੱਤੀ ਹੋਈ ਹੈ ਕਿ ਜਦੋਂ ਤਕਰੀਬਨ ਸਾਰੇ ਦੇਸ਼ਾਂ ਦੀਆਂ ਜਿਹੜੀਆਂ ਸੰਯੁਕਤ ਉੱਥੋਂ ਫੌਜਾਂ ਸਨ, ਨੇਟੋ ਫੋਰਸਿਸ, ਸਾਰੀਆਂ ਵਾਪਸ ਮੁੜ ਜਾਣੀਆਂ ਨੇ ਤੇ ਅਫਗਾਨਿਸਤਾਨ ਜਿਹੜਾ ਹੈ ਫਿਰ ਤਾਲਿਬਾਨ ਤੇ ਅਫਗਾਨਿਸਤਾਨ ਸਰਕਾਰ ਦੇ ਹਵਾਲੇ ਅਫਗਾਨ ਨੈਸ਼ਨਲ ਆਰਮੀ। ਜੀ ਇੱਕ ਨਕਸ਼ੇ ਦੇ ਜ਼ਰੀਏ ਜੇ ਦੇਖਣਾ ਹੋਵੇ, ਉੱਤਰੀ ਗੇਟਵੇ ਹੈ ਜਿਹੜਾ ਅਫਗਾਨਿਸਤਾਨ ਦਾ, ਜਿੱਥੋਂ ਕਈ ਦੇਸ਼ਾਂ ਨੂੰ ਤੇ ਹੋਰ ਮੰਡੀਆਂ ਨੂੰ, ਵਿਸ਼ਵ ਦੀਆਂ ਮੰਡੀਆਂ ਨੂੰ ਰਸਤੇ ਨਿਕਲਦੇ ਨੇ, ਬੰਦਰਗਾਹਾਂ ਨੂੰ। ਉੱਥੇ ਇੱਕ ਕਸਬਾ ਹੈ ਕੁੰਦੂਜ਼। ਜੀ ਬਹੁਤ ਵੱਡਾ ਕਸਬਾ ਨਹੀਂ ਹੈ, 3-4 ਲੱਖ ਦੀ ਆਬਾਦੀ ਹੋਵੇਗੀ। ਉਸ 'ਤੇ ਕਬਜ਼ਾ ਕਰਕੇ ਉਸ ਦੇ ਮੇਨ ਚੌਂਕ ਦੇ ਵਿੱਚ ਤਾਲਿਬਾਨ ਨੇ ਝੰਡਾ ਲਾ ਦਿੱਤਾ ਤੇ ਫੋਟੋਆਂ ਪਾ ਦਿੱਤੀਆਂ ਨੇ, ਜਾਂ ਦੇਖੋ ਸਾਡਾ ਕਬਜ਼ਾ ਹੋ ਗਿਆ। ਉਸ ਦੇ ਬਾਰ-ਬਾਰ ਲੜਾਈ ਕਈ ਦਿਨਾਂ ਤੋਂ ਚੱਲ ਰਹੀ ਸੀ। ਪੇਂਡੂ ਖੇਤਰਾਂ ਤੇ ਤਾਲਿਬਾਨ ਜਿਹੜਾ ਹੈ ਤਕਰੀਬਨ ਸਾਰੇ ਅਫਗਾਨਿਸਤਾਨ ਤੇ ਕਬਜ਼ਾ ਕਰ ਚੁੱਕਾ ਹੈ। ਕੁਝ ਵੱਡੇ ਸ਼ਹਿਰ ਤੇ ਰਾਜਧਾਨੀ ਸਮੇਤ ਥੋੜ੍ਹੇ ਇਲਾਕੇ ਜਿਹੜੇ ਨੇ ਅਫਗਾਨ ਨੈਸ਼ਨਲ ਆਰਮੀ ਭਾਵ ਅਫਗਾਨਿਸਤਾਨ ਦੀ ਸਰਕਾਰ ਦੇ ਹੁਕਮਾਂ ਮੁਤਾਬਕ ਚੱਲ ਰਹੇ ਨੇ। ਬਾਕੀਆਂ ਤੇ ਤਾਲਿਬਾਨ ਦਾ ਕਬਜ਼ਾ ਹੋ ਚੁੱਕਾ ਹੈ ਤੇ ਤਕਰੀਬਨ 50% ਵਿਵਾਦਿਤ ਖੇਤਰ ਨੇ। ਵਿਵਾਦਿਤ ਖੇਤਰ ਕਿਹੜੇ ਨੇ? ਜਿੱਥੇ ਜਾਂ ਤਾਂ ਗਹਿ-ਗਹਿ 'ਚ ਲੜਾਈ ਚੱਲ ਰਹੀ ਹੈ ਕਬਜ਼ੇ ਲਈ, ਤੇ ਜਾਂ ਜਿੱਥੇ ਤਾਲਿਬਾਨ ਦਾ ਪਲੜਾ ਭਾਰੀ ਹੈ। ਹੁਣ ਤਾਲਿਬਾਨ ਵਾਲੇ ਕਬਜ਼ਾ ਤੇ ਪੂਰੇ ਜ਼ੋਰ ਨਾਲ ਕਰ ਰਹੇ ਨੇ, ਪਰ ਜਿਹੜੇ ਇਹ ਕੁੰਦੂਜ਼ ਇਲਾਕੇ ਦੇ ਵਿੱਚ ਕੀਤਾ ਹੈ ਸ਼ਹਿਰ ਤੇ, ਉੱਥੇ ਦੀ ਅਹਿਮੀਅਤ ਖਾਸ ਹੈ। ਜਦੋਂ ਵੀ ਕੋਈ ਅਫਗਾਨਿਸਤਾਨ ਤੇ ਕਬਜ਼ਾ ਕਰਦਾ ਹੈ ਤੇ ਸਭ ਤੋਂ ਪਹਿਲਾਂ ਕੁੰਦੂਜ਼ ਨੂੰ ਕੰਟਰੋਲ ਕਰਨਾ ਚਾਹੁੰਦਾ ਹੈ। ਉੱਥੇ ਖਾਸ ਹੈ ਕਿ ਸਾਰੀ ਅਫਗਾਨਿਸਤਾਨ, ਕਿਉਂਕਿ ਦੁਨੀਆ ਦੇ ਵਿੱਚ ਸਾਰੀ ਦੁਨੀਆ ਨਾਲੋਂ ਵੱਧ ਅਫੀਮ ਜਿਹੜੀ ਅਫਗਾਨਿਸਤਾਨ 'ਚ ਪੈਦਾ ਹੁੰਦੀ ਹੈ ਤੇ ਇਸੇ ਰਸਤੇ ਵਿਸ਼ਵ ਦੀਆਂ ਮੰਡੀਆਂ ਨੂੰ ਨਿਕਲਦੀ ਹੈ, ਕੁੰਦੂਜ਼ ਦੇ ਰਸਤੇ। ਕਾਬਲ ਨੂੰ ਜਾਣ ਵਾਲੇ ਵੱਡੇ ਹਾਈਵੇਜ਼ ਤੇ ਹੋਰ ਆਸੇ-ਪਾਸੇ ਨੂੰ ਜੋ ਸੜਕਾਂ ਨੇ, ਹਾਈਵੇਜ਼ ਤੇ ਪਤਾ ਨਹੀਂ ਉੱਥੇ ਕਿਹੋ ਜਿਹੇ ਹੋਣਗੇ, ਉਹ ਤਕਰੀਬਨ ਇਸ ਸ਼ਹਿਰ ਨਾਲ ਸਾਰੇ ਪਾਸਿਓਂ ਕਿਸੇ ਨਾ ਕਿਸੇ ਤਰੀਕੇ ਜੁੜੇ ਹੋਣ ਨੇ। ਕੰਧਾਰ ਵੀ ਤਕਰੀਬਨ ਤਾਲਿਬਾਨ ਉਸ ਦੇ ਕੰਢਿਆਂ ਤੱਕ, ਮੋਢਿਆਂ ਤੱਕ ਚੜ੍ਹ ਕੇ ਬਹਿ ਗਿਆ। ਹੁਣ ਕੁੰਦੂਜ਼ ਦੇ ਵਿੱਚੋਂ, ਕੁੰਦੂਜ਼ ਦੇ ਆਸ-ਪਾਸੇ, ਇਸ ਉੱਤਰੀ ਗੇਟਵੇ ਦੇ ਆਸ-ਪਾਸੇ ਜਿਹੜੀ ਮਾਈਨਿੰਗ ਵੀ ਕਾਫੀ ਵੱਡੀ ਮਾਤਰਾ ਵਿੱਚ ਚੱਲਦੀ ਹੈ, ਜਿਸ ਦੇ ਵਿੱਚ ਖਣਿਜ ਪਦਾਰਥ ਵਗੈਰਾ ਕਹਿੰਦੇ ਨੇ ਕਿ ਕਾਫੀ ਰਿਚ ਨੇ ਅਫਗਾਨਿਸਤਾਨ ਦੇ ਵਿੱਚ। ਧਰਤੀ 'ਚ ਬਹੁਤ ਸਾਰੇ ਇਹੋ ਜਿਹੇ ਖਣਿਜ ਨੇ ਜਿਨ੍ਹਾਂ ਦੀ ਵਿਸ਼ਵ ਦੀ ਮੰਡੀ ਵਿੱਚ ਬਹੁਤ ਜ਼ਿਆਦਾ ਕੀਮਤ ਹੋ ਸਕਦੀ ਹੈ। ਤੇ ਅਫੀਮ ਵੀ ਇਸੇ ਰਸਤੇ ਜਿਹੜੀ ਹੈ ਉਹ ਸਮਗਲ ਕੀਤੀ ਜਾਂਦੀ ਹੈ ਤੇ ਵੇਚੀ ਜਾਂਦੀ, ਤੇ ਉਸ ਦੇ ਪੈਸੇ ਨਾਲ ਫਿਰ ਨਸ਼ਿਆਂ ਦੇ ਪੈਸੇ ਦੇ ਨਾਲ ਜਿਹੜੇ ਹਨ ਉਹ ਹਥਿਆਰ ਵਗੈਰਾ ਤੇ ਹੋਰ ਚੀਜ਼ਾਂ ਚਲਾਉਣ ਦੇ ਯਤਨ ਕੀਤੇ ਜਾਂਦੇ ਨੇ। ਤਾਲਿਬਾਨ ਅੱਗੇ ਵੱਧਦਾ ਜਾ ਰਿਹਾ ਤੇ ਅਫਗਾਨ ਨੈਸ਼ਨਲ ਆਰਮੀ ਸੁੰਗੜਦੀ ਜਾ ਰਹੀ ਹੈ। ਅਮਰੀਕਾ ਨੇ ਜਿਹੜਾ ਸਮਝੌਤਾ UAE ਦੇ ਵਿੱਚ ਕੋਈ ਸਮਾਂ ਪਹਿਲਾਂ ਤਾਲਿਬਾਨ ਦੇ ਨਾਲ ਕੀਤਾ ਸੀ ਕਿ ਇੱਕ ਵੇਲੇ ਤਾਂ ਤਾਲਿਬਾਨ ਹੀ ਅਮਰੀਕਾ ਦਾ ਵੱਡਾ ਦੁਸ਼ਮਣ ਸੀ ਤੇ ਸਿੱਧੀ ਲੜਾਈ ਹੀ ਉਹਨਾਂ ਨਾਲ ਸੀ। ਅਲ ਕਾਇਦਾ, ਭਾਵੇਂ ਤਾਲਿਬਾਨ ਅਲ ਕਾਇਦਾ
ਅਲ-ਕਾਇਦਾ ਨੂੰ ਪਨਾਹ ਜਿਹੜੀ ਹੈ ਤਾਲਿਬਾਨ ਹਕੂਮਤ ਨੇ ਦਿੱਤੀ ਹੋਈ ਸੀ। ਇਸ ਨੂੰ ਇਸ ਤਰ੍ਹਾਂ ਸਮਝਣਾ ਚਾਹੀਦਾ ਜੀ। ਤਾਲਿਬਾਨ ਦਾ ਰਾਜ ਅਫਗਾਨਿਸਤਾਨ ਵਿੱਚ ਸੀ ਜੀ। ਤੇ ਅਲ-ਕਾਇਦਾ ਉਹਨਾਂ ਦੀ ਪੁਸ਼ਤ ਪਨਾਹੀ ਦੇ ਹੇਠ ਦੁਨੀਆ ਭਰ ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਸੀ। ਜੀ। ਤਾਂ ਉਸੇ ਹੀ ਲੜੀ ਦੇ ਤਹਿਤ ਭਾਰਤ ਵਿੱਚ ਵੀ ਹਮਲੇ ਹੁੰਦੇ ਰਹੇ ਨੇ, ਜਹਾਜ਼ ਵੀ ਅਗਵਾ ਹੋਇਆ, ਸਭ ਕੁਝ ਹੋਇਆ। ਜੀ। ਤੇ 2001 ਦੇ ਵਿੱਚ ਵਰਲਡ ਟ੍ਰੇਡ ਸੈਂਟਰ ਤੇ ਜਿਹੜਾ ਹਮਲਾ ਹੋਇਆ ਉਹ ਵੀ ਉੱਥੋਂ ਹੀ ਓਰੀਜਨੇਟ ਹੋਇਆ ਸਾਰਾ। ਜੀ। ਉਸ ਤੋਂ ਬਾਅਦ ਅਮਰੀਕਾ ਨੇ ਠਾਣ ਲਿਆ, ਉਸ ਵੇਲੇ ਦਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ਕਹਿ ਦਿੱਤਾ ਸੀ ਕਿ ਅਸੀਂ ਹੁਣ ਤਾਲਿਬਾਨ ਨੂੰ ਨਿਖੇਧੀ ਕਰਦੇ ਹਾਂ ਤੇ ਅਸੀਂ ਇਹਨਾਂ ਨੂੰ ਉੱਥੋਂ ਲਾਹ ਕੇ ਹਟਾਂਗੇ, ਤੇ ਤਾਲਿਬਾਨ ਨੂੰ ਲਾਹ ਕੇ ਹਟੇ ਸੀ। ਲੜਾਈ ਲੰਬਾ ਸਮਾਂ ਚੱਲੀ, ਲੱਭਦੇ ਤੇ ਬਿਨ ਲਾਦਨ ਨੂੰ ਆਏ ਸੀ, ਅਖੀਰ ਉਹ ਪਾਕਿਸਤਾਨ 'ਚ ਜਾ ਕੇ ਲੱਭਾ ਸੀ, ਬਹੁਤ ਸਾਲਾਂ ਬਾਅਦ ਲੱਭਾ ਉਹ ਤਾਂ। ਜੀ। ਹੁਣ ਤਾਲਿਬਾਨ ਕਮਜ਼ੋਰ ਹੋ ਗਿਆ ਸੀ ਪਰ ਤਾਲਿਬਾਨ ਮੌਜੂਦ ਰਿਹਾ। ਜੀ। ਅਮਰੀਕਾ ਤੇ ਉਹਨਾਂ ਦੀਆਂ ਫੋਰਸਿਸ ਜਾਂ ਅਫਗਾਨੀਆਂ ਨੂੰ ਜਿੰਨਿਆਂ ਨੂੰ ਟ੍ਰੇਨਿੰਗ ਜਾਂ ਹਥਿਆਰ ਦੇ ਕੇ ਆਏ ਨੇ, ਜੀ, ਉਹ ਸਾਰੇ ਅਫਗਾਨਿਸਤਾਨ ਤੇ ਪੂਰਨ ਤੌਰ ਤੇ ਕਬਜ਼ਾ ਨਹੀਂ ਕਰ ਸਕੇ। ਕਈ ਪਹਾੜੀਆਂ ਤੇ, ਕਈ ਜਗ੍ਹਾ ਤੇ, ਕਈ ਛੋਟੇ ਪਿੰਡਾਂ 'ਚ, ਕਸਬਿਆਂ 'ਚ ਤਾਲਿਬਾਨ ਦਾ ਕਬਜ਼ਾ ਰਿਹਾ। ਪਰ ਤਾਲਿਬਾਨ ਦਬ ਗਿਆ ਕੁਝ ਸਮੇਂ ਵਾਸਤੇ, ਜਿਹੜਾ ਸੀ ਉਹ ਬੈਠ ਗਏ। ਫਿਰ ਉਹਨਾਂ ਨੇ ਆਪਣੇ ਆਪ ਨੂੰ ਇਸ ਪੱਧਰ ਤੇ ਖੜੇ ਕਰ ਲਿਆ ਕਿ ਅਮਰੀਕਾ ਸਰਕਾਰ ਕਹਿੰਦੀ ਕਿ ਆਓ ਸਾਡੇ ਨਾਲ ਗੱਲਬਾਤ ਕਰੋ, ਅਸੀਂ ਹੁਣ ਛੱਡ ਕੇ ਜਾਣਾ ਚਾਹੁੰਦੇ ਹਾਂ, ਸਾਰੀ ਜ਼ਿੰਦਗੀ ਦਾ ਠੇਕਾ ਤਾਂ ਨਹੀਂ ਲਿਆ ਹੋਇਆ ਵੀ ਅਫਗਾਨਿਸਤਾਨ ਦੀ ਰਾਖੀ ਕਰੀਏ, ਜਾਂ ਉਹਨਾਂ ਦੇ ਆਪਣੇ ਵੀ ਮਕਸਦ ਹੋ ਸਕਦੇ ਨੇ। ਉੱਥੇ ਚੋਣ ਵਾਅਦੇ ਕਰਨੇ ਪੈਂਦੇ ਨੇ ਕਿ ਅਸੀਂ ਫੌਜਾਂ ਵਾਪਸ ਬੁਲਾ ਲੈਣੀਆਂ। ਫੌਜਾਂ ਵਾਪਸ ਹੋਣੀਆਂ ਸ਼ੁਰੂ ਹੋ ਗਈਆਂ ਤੇ ਤਾਲਿਬਾਨ ਨਾਲ ਸਮਝੌਤਾ ਇਹ ਹੋਇਆ ਕਿ ਤੁਸੀਂ ਇਹਨਾਂ ਸ਼ਰਤਾਂ ਤੇ, ਕੋਈ ਸਾਡੀਆਂ ਸ਼ਰਤਾਂ ਹਨ, ਜਿਸ ਤਰ੍ਹਾਂ ਅਸੀਂ ਦੇਸ਼ ਨੂੰ ਚਲਾਉਣ ਦੀ ਗੱਲ ਕੀਤੀ, ਲੋਕਤੰਤਰ ਜਿਹੜਾ ਬਹਾਲੀ ਕਰੋ, ਫਲਾਨਾ ਕਰੋ, ਵਾਹ ਕਰੋ, ਉਹ ਸਾਰੇ ਸਮਝੌਤੇ ਉਹਨਾਂ ਨਾਲ ਕੀਤੇ ਤੇ ਭਾਰਤ ਨੇ ਵੀ ਉੱਥੇ ਮਣਾ ਮੂੰਹੀ ਪੈਸਾ ਲਾ ਦਿੱਤਾ। ਉਹ ਕੀਤੇ ਹੋਏ ਅਮਰੀਕਾ ਦੇ ਸਮਝੌਤੇ ਤੇ ਭਾਰਤ ਦੇ ਲਾਏ ਹੋਏ ਪੈਸੇ ਸਭ ਕੁਝ ਖੂਹ ਵਿੱਚ ਪੈਂਦਾ ਹੋਇਆ ਇਸ ਵੇਲੇ ਜਾਂਦਾ ਅਸੀਂ ਦੇਖ ਸਕਦੇ ਹਾਂ। ਇਹ ਇੱਕ ਪਾਸੇ ਤੇ ਪੈਸੇ ਦੀ ਰਕਮ ਦੀ ਹੈ ਗੱਲ, ਦੂਜੇ ਪਾਸੇ ਜਾਨਾਂ ਜਾਣਗੀਆਂ ਜਿਹੜੇ ਵਿਦੇਸ਼ੀ ਉੱਥੇ ਬੈਠੇ ਹੋਏ ਨੇ, ਜਿਨ੍ਹਾਂ ਵਿੱਚ ਭਾਰਤੀ ਵੀ ਨੇ। ਕੀ ਬਣੇਗਾ ਕੀ? ਅਫਗਾਨਿਸਤਾਨ ਦੇ ਵਿੱਚ ਇਸ ਵੇਲੇ ਤਕਰੀਬਨ 650 ਦੇ ਕਰੀਬ ਅੰਦਾਜ਼ਾ ਹੈ, ਇੱਕ ਅੰਕੜੇ ਕੁਝ ਗੈਰ ਸਰਕਾਰੀ ਅੰਕੜੇ ਨੇ, 650 ਦੇ ਕਰੀਬ ਸਿੱਖ ਨੇ ਤੇ 50 ਦੇ ਕਰੀਬ ਹਿੰਦੂ ਉੱਥੇ ਜਿਹੜੇ ਨੇ ਮੌਜੂਦ ਨੇ। ਇਹਨਾਂ ਤੇ ਮਾਈਨੋਰਟੀਜ਼ ਤੇ ਸਖਤੀ ਹੋ ਰਹੀ ਹੈ ਤੇ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਜਾ ਰਹੀ ਹੈ, ਉੱਥੇ ਦੇ ਲੋਕਾਂ ਵੱਲੋਂ ਵੀ ਤੇ ਇੱਥੇ ਵੀ ਵਿਰੋਧੀ ਧਿਰ ਨੇ ਬੇਨਤੀ ਕੀਤੀ ਹੈ ਕਿ ਇਹਨਾਂ ਨੂੰ, ਵਿਅਕਤੀਆਂ ਨੂੰ ਉੱਥੋਂ ਕੱਢੋ ਤੇ ਉਹਨਾਂ ਨੂੰ ਕੱਢ ਕੇ ਲਿਆ ਕੇ ਉਹਨਾਂ ਨੂੰ ਵਸਾਓ ਇੱਥੇ। ਇਹ ਭਾਰਤ ਸਰਕਾਰ ਵਾਸਤੇ ਵੈਸੇ ਮੌਕਾ ਹੈ, ਜੇ ਮਣਾ ਮੂੰਹੀ ਬਿਲੀਅਨਸ ਡਾਲਰ ਉੱਥੇ ਲਾਏ ਜਾ ਸਕਦੇ ਨੇ ਤੇ ਜੇ ਵਾਕਿਆ ਅਫਗਾਨਿਸਤਾਨ ਦੇ ਲੋਕਾਂ ਦਾ ਜਾਂ ਤਾਲਿਬਾਨ ਦਾ ਇਹੋ ਹੀ ਫੈਸਲਾ ਹੈ ਕਿ ਅਸੀਂ ਇੱਕੋ ਹੀ ਧਰਮ ਨੂੰ ਜਿਹੜਾ ਪ੍ਰਮੋਟ ਕਰਨਾ ਤੇ ਹੋਰ ਕਿਸੇ ਨੂੰ ਅਸੀਂ ਆਪਣੇ ਹਿਸਾਬ ਨਾਲ ਚੱਲਣ ਨਹੀਂ ਦੇਣਾ, ਤੇ ਫਿਰ ਠੀਕ ਹੈ ਜੀ, ਇਸ ਤਰ੍ਹਾਂ ਮਨਜ਼ੂਰ ਆ। ਤੇ ਸਾਰੇ ਉੱਥੋਂ ਇੱਕ ਵਾਰੀ ਹੱਥ ਖੜੇ ਕਰਕੇ ਭੱਜ ਗਏ ਨੇ ਨੇਟੋ ਫੋਰਸਿਸ ਵਾਲੇ, ਤੇ ਹੋਰ ਕਿਸ ਨੇ ਰਾਖੀ ਕਰਨੀ ਹੈ। ਸੋ ਅਫਗਾਨਿਸਤਾਨ ਦੇ ਵਿੱਚ ਸਥਿਤੀ ਗੰਭੀਰ ਹੈ, ਭਾਰਤ ਸਰਕਾਰ ਨੂੰ ਵੀ ਕੋਈ ਸੋਚਣਾ ਪਏਗਾ। ਅਮਰੀਕਾ ਨੇ ਸਮਝੌਤਾ ਤੇ ਕਰ ਲਿਆ ਸੀ, ਸਮਝੌਤਾ ਖਤਮ ਹੋ ਚੁੱਕਾ, ਸਮਝੌਤੇ ਦੀ ਹੁਣ ਕੋਈ ਗੱਲ ਨਹੀਂ ਕਰਦਾ, ਕਿਉਂਕਿ ਜੰਗਬੰਦੀ ਦੀ ਵੀ ਗੱਲ ਹੋਈ ਸੀ ਕਿ ਲੜਾਈ ਲੜਨੀ ਨਹੀਂ, ਇਸੇ ਤਰ੍ਹਾਂ ਅਸੀਂ ਪੀਸਫੁਲੀ ਉੱਥੋਂ ਨਿਕਲ ਜਾਵਾਂਗੇ। ਤੇ ਅਮਰੀਕਨਾਂ ਨੇ ਉਸੇ ਜੰਗਬੰਦੀ ਦੀ ਉਹਨਾਂ ਨੂੰ ਲੰਘਣਾ ਆਪ ਹੀ ਕਰਨੀ ਪਈ ਹੈ। ਉਹਨਾਂ ਨੇ ਪਿਛਲੇ 2 ਦਿਨਾਂ ਵਿੱਚ ਉੱਥੇ ਜਹਾਜ਼ਾਂ ਨਾਲ ਬੰਬ ਸਿੱਟੇ ਨੇ ਤੇ ਇਹੋ ਹੀ ਵਾਅਦਾ ਗਾਂ ਵੀ ਕੀਤਾ ਹੋਇਆ ਕਿ ਲੋੜ ਪਈ ਤਾਂ ਅਸੀਂ ਹਵਾਈ ਹਮਲੇ ਕਰ ਲਵਾਂਗੇ, ਅਸੀਂ ਜ਼ਮੀਨੀ ਲੜਾਈ 'ਚ ਦਖਲ ਨਹੀਂ ਦੇਣਾ। ਤੇ ਕੁਲਦੀਪ ਜੀ, ਜਿੱਥੇ ਇਨਸਾਨੀਅਤ ਦਾ ਘਾਣ ਹੋਵੇ ਉੱਥੇ ਦੁਨੀਆ ਦੇ ਵੱਡੇ ਮੁਲਕਾਂ ਦਾ ਰੋਲ ਨਹੀਂ ਬਣਦਾ ਕਿ ਉੱਥੇ ਲੋਕਤੰਤਰ ਜਾਂ ਲੋਕਾਂ ਦੀਆਂ ਜਾਨਾਂ ਤਾਂ ਅਖੀਰ ਬਚਾਈਆਂ ਜਾਣ। ਦੇਖੋ, ਅਫਗਾਨਿਸਤਾਨ ਜਿਹੜਾ ਹੈ ਉਹ ਬੈਟਲ ਗਰਾਊਂਡ ਰਿਹਾ ਹੈ ਕਿ ਇਹਦੀ ਠੰਡੀ ਜੰਗ ਦੇ ਸਮੇਂ ਤੋਂ ਰੂਸ ਵਾਲੇ ਉੱਥੇ ਆ ਕੇ ਬੈਠ ਗਏ ਤੇ ਫਿਰ ਰੂਸ ਨੂੰ ਕੱਢਣ ਲਈ ਅਮਰੀਕਾ ਨੇ ਜਿਹੜੀ ਆਪਣੀਆਂ ਤਾਕਤਾਂ ਖੜੀਆਂ ਕਰਨੀਆਂ ਸ਼ੁਰੂ ਕੀਤੀਆਂ, ਪਾਕਿਸਤਾਨ ਨੂੰ ਵੀ ਲਾਏ ਬਣਾਇਆ। ਪਾਕਿਸਤਾਨ ਦੇ ਵਿੱਚ ਜਿੰਨੇ ਤਾਲਿਬਾਨ ਦੇ ਟ੍ਰੇਨਿੰਗ ਕੈਂਪ ਨੇ ਉਹ ਤਾਂ ISI ਚਲਾਉਂਦੀ ਰਹੀ ਹੈ ਪਾਕਿਸਤਾਨ ਦੇ। ਹੁਣ ਜਿਹੜਾ ਪਿਛਲਾ ਕੀਤੀਆਂ ਹੋਈਆਂ ਜਿਹੜੀਆਂ ਉਹਨਾਂ ਦਾ ਹੀ ਭੁਗਤਣਾ ਅਜੇ ਤੱਕ ਪੈ ਰਿਹਾ। ਨਵਾਂ ਕੋਈ ਅਫਗਾਨਿਸਤਾਨ ਦੇ ਬਾਰੇ ਮੈਨੂੰ ਲੱਗਦਾ ਨਹੀਂ ਕਿ ਕੋਈ ਦੇਸ਼ ਸੋਚ ਰਿਹਾ ਕਿ ਇੱਥੇ ਕਿਸੇ ਤਰੀਕੇ ਦਾ ਕੋਈ ਕੰਮ ਜਿਹੜਾ ਹੈ ਸਹੀ ਕੀਤਾ ਜਾਵੇ, ਕਿਉਂਕਿ ਇਸ ਤਰ੍ਹਾਂ ਵੀ ਜਾਪ ਰਿਹਾ ਕਿ ਅਫਗਾਨਿਸਤਾਨ ਦੇ ਲੋਕ ਜਿਹੜੇ ਹਨ ਉਸੇ ਸਿਸਟਮ ਦੇ ਵਿੱਚ ਜਾਂ ਤੇ ਖੁਸ਼ ਤੇ ਨਹੀਂ ਕਹਿ ਸਕਦੇ, ਕਿਉਂਕਿ ਹੁਣੇ ਇਹ ਵੀ ਗੱਲ ਆਈ ਹੈ ਕਿ ਰਿਫਿਊਜੀ ਇੰਨੇ ਵੱਧ ਗਏ ਨੇ, ਕਸਬਿਆਂ ਦੇ ਵਿੱਚੋਂ ਲੋਕ ਨਿਕਲ ਕੇ ਖੁੱਲੀਆਂ ਛੱਤਾਂ ਦੇ ਥੱਲੇ ਸੌਣ ਲਈ ਮਜਬੂਰ ਨੇ ਤੇ ਠੰਡ ਵੀ ਬੜੀ ਪੈਂਦੀ ਹੈ ਅਫਗਾਨਿਸਤਾਨ ਦੇ ਵਿੱਚ ਬਹੁਤੀਆਂ ਜਗ੍ਹਾ ਤੇ ਉਹ ਬਹੁਤ ਮੰਦੇ ਹਾਲਾਤ ਨੇ। ਉਹਨਾਂ ਲਈ ਖਾਣ ਪੀਣ ਲਈ ਨਹੀਂ ਹੈ, ਉਹਨਾਂ ਦਾ ਇਲਾਜ ਨਹੀਂ ਹੈ ਔਰ ਛੱਤ ਨਹੀਂ ਹੈ ਸਿਰ ਤੇ। ਬਹੁਤ ਵੱਡੀਆਂ ਸਮੱਸਿਆਵਾਂ ਉੱਥੇ ਪੈਦਾ ਹੋ ਰਹੀਆਂ ਨੇ। ਪਰ ਹੁਣ ਜੇ ਅਮਰੀਕਾ ਉੱਥੋਂ ਜ਼ੋਰ ਲਾ ਕੇ ਮੁੜ ਗਿਆ ਤੇ ਹੋਰ ਨੇਟੋ ਫੋਰਸਿਸ ਉੱਥੋਂ ਜ਼ੋਰ ਲਾ ਕੇ ਮੁੜ ਗਈਆਂ ਨੇ ਤੇ ਫਿਰ ਹੋਰ ਕਿਸੇ ਨੇ ਕੀ ਕਰਨਾ। ਭਾਰਤ ਵਾਲਿਆਂ ਨੇ ਪੁਲ ਤੇ ਸਰਕਾਰੀ ਇਮਾਰਤਾਂ ਤੇ ਸਕੂਲ ਤੇ ਹਸਪਤਾਲ ਬਣਾ ਕੇ ਦਿੱਤੇ ਨੇ, ਹੋਰ ਉਹਨਾਂ ਲਈ ਕੌਣ ਕੀ ਕਰ ਸਕਦਾ ਹੈ? ਇਹ ਉਹਨਾਂ ਨੂੰ, ਮੈਨੂੰ ਲੱਗਦਾ ਹੈ ਕਿ ਅਫਗਾਨਿਸਤਾਨ ਦੇ ਲੋਕਾਂ ਦੀ ਸੋਝੀ ਹੀ ਹੁਣ ਜਿਹੜੀ ਆ ਉਹਨਾਂ ਦਾ ਕੋਈ ਹੱਲ ਕਰ ਸਕਦੀ ਹੈ। ਨਹੀਂ ਤੇ ਆਉਣ ਵਾਲੇ ਸਾਲ ਬੰਦੂਕ ਦੇ ਪਰਛਾਵੇਂ ਹੇਠ ਜਿਉਣ ਲਈ
ਉਹ ਲੋਕ ਮਜਬੂਰ ਹੋਣਗੇ ਤੇ ਇਦਾਂ ਦੀਆਂ ਖਬਰਾਂ ਅਫਗਾਨਿਸਤਾਨ ਵਿੱਚੋਂ ਆ ਸਕਦੀਆਂ ਨੇ ਜਿਹੜੀਆਂ ਅਸੀਂ ਕਦੇ ਸੁਣੀਆਂ ਨਾ ਹੋਣ ਜਾਂ ਇਸ ਜਨਰੇਸ਼ਨ ਨੇ ਉਹ ਸੁਣੀਆਂ ਨਾ ਹੋਣ, ਕਿਉਂਕਿ ਉਹ ਪਹਿਲਾਂ ਵਾਲੇ ਨਿਯਮ ਜਿਹੜੇ ਨੇ ਉਹ ਸ਼ਾਇਦ ਉਦੋਂ ਮੀਡੀਆ ਦਾ ਇੰਨਾ ਪਸਾਰਾ ਨਹੀਂ ਸੀ ਤੇ ਹੁਣ ਨਿਕਲ ਕੇ ਲੋਕਾਂ ਸਾਹਮਣੇ ਇੰਨੀਆਂ ਗੱਲਾਂ ਆ ਸਕਦੀਆਂ ਨੇ ਜਿਹੜੀਆਂ ਅਸੀਂ ਦੇਖੀਆਂ ਸੁਣੀਆਂ ਨਾ ਹੋਣ। ਜੀ ਤੇ ਕੁਲਦੀਪ ਜੀ, ਹੁਣ ਆਪਣੇ ਦੇਸ਼ ਦੀ ਗੱਲ ਕਰਦੇ ਜਿੱਥੇ ਪੈਗਸਸ ਦਾ ਮਾਮਲਾ ਕਾਫੀ ਦਿਨਾਂ ਤੋਂ ਭਖਿਆ ਹੋਇਆ ਸੀ ਤੇ ਸੁਪਰੀਮ ਕੋਰਟ ਵਿੱਚ ਵੀ ਸੁਣਵਾਈ ਹੋਈ ਤੇ ਅੱਜ ਜਿਹੜੀ ਸੁਣਵਾਈ ਹੋਈ ਉਹਦਾ 16 ਅਗਸਤ ਤੇ ਪਾ ਦਿੱਤੀ ਅਗਲੀ ਸੁਣਵਾਈ। ਇਸ ਦੌਰਾਨ ਇਸ ਜਾਸੂਸੀ ਮਾਮਲੇ ਦੇ ਪੰਜਾਬ ਨਾਲ ਵੀ ਤਾਰ ਜਿਹੜੇ ਨੇ ਉਹ ਜੁੜ ਰਹੇ ਨੇ ਤੇ ਪੰਜਾਬ ਨਾਲ ਭਲਾ ਕਿੱਥੇ ਜੁੜਦੇ ਨੇ ਤਾਰ? ਇਸ ਦੇ ਮਾਮਲੇ ਦੇ ਤਾਰ ਜਿਹੜੇ ਨੇ ਐਮਨੈਸਟੀ ਇੰਟਰਨੈਸ਼ਨਲ ਦੇ ਥਰੂ, ਐਮਨੈਸਟੀ ਇੰਟਰਨੈਸ਼ਨਲ ਜਿਹੜੀ ਮਨੁੱਖੀ ਅਧਿਕਾਰ ਸੰਗਠਨ ਹੈ ਵਿਸ਼ਵ ਦੇ ਵਿੱਚ ਜੀ, ਉਹਨਾਂ ਦੇ ਥਰੂ ਪੰਜਾਬ ਦੇ 2 ਵਿਅਕਤੀਆਂ ਦੇ ਨਾਮ ਆ ਰਹੇ ਨੇ ਕਿ ਉਹਨਾਂ ਦੇ ਫੋਨਾਂ ਦੀ ਜਾਸੂਸੀ ਹੋ ਸਕਦੀ ਹੈ ਜੀ। ਇਹਨਾਂ ਵਿੱਚੋਂ ਇੱਕ ਜੱਗੀ ਜੌਲ ਜਿਹੜੇ ਕਿ ਜੇਲ੍ਹ ਵਿੱਚ ਬੰਦ ਨੇ, ਬ੍ਰਿਟਿਸ਼ ਨਾਗਰਿਕ ਨੇ, ਕਈ ਕਤਲਾਂ ਦਾ ਉਹਨਾਂ ਤੇ ਇਲਜ਼ਾਮ ਹੈ, ਰੌਲਾ ਰੱਪਾ ਚੱਲਦਾ ਰਹਿੰਦਾ। ਉਹਨਾਂ ਦੇ ਵਕੀਲ ਨੇ ਜਸਪਾਲ ਸਿੰਘ ਮੰਝਪੁਰ ਦੇ ਫੋਨ ਦੀ ਜਾਂਚ ਜਿਹੜੀ ਹੈ ਐਮਨੈਸਟੀ ਦੇ ਥਰੂ ਜਿਹੜੀ ਹੈ ਉਹ ਜਦੋਂ ਕੀਤੀ ਗਈ ਤੇ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਸ ਡਿਵਾਈਸ ਤੇ ਪੈਗਾਸਸ ਜਿਹੜਾ ਹੈ ਉਸ ਦੀ ਸਾਰੀ ਕਾਰਵਾਈ ਰਿਕਾਰਡ ਕਰਦਾ ਰਿਹਾ। ਇਸੇ ਤਰ੍ਹਾਂ ਇੱਕ ਹੋਰ ਵਕੀਲ ਨੇ ਜਗਦੀਪ ਸਿੰਘ ਰੰਧਾਵਾ, ਉਹ ਵੀ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਹਨ। ਇਹ ਦੋਵੇਂ ਮਨੁੱਖੀ ਅਧਿਕਾਰ ਸੰਗਠਨਾਂ ਦੇ ਨਾਲ ਜੁੜੇ ਹੋਏ ਲੋਕ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਪੁਸ਼ਟੀ ਹੋ ਚੁੱਕੀ ਤੇ ਦੂਸਰੇ ਦੀ ਡਿਵਾਈਸ ਨਹੀਂ ਮਿਲ ਸਕੀ। ਉਹ ਫੋਨ ਦੀ ਟੈਸਟਿੰਗ ਜਿਹੜਾ ਹੈ ਉਸਦਾ ਉਹ ਮੌਜੂਦ ਨਹੀਂ ਸੀ, ਜਿਸ ਕਰਕੇ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਦੀ ਜਾਸੂਸੀ ਹੋਈ ਹੈ ਕਿ ਨਹੀਂ ਹੋਈ ਹੈ। ਸੋ ਪੰਜਾਬ ਦੇ ਨਾਲ ਤਾਰ ਜੁੜ ਗਏ ਨੇ। ਇਹ ਮੈਂ ਦੱਸ ਦੇਵਾਂ ਕਿ ਇਹ ਦੋਵੇਂ ਜਿਹੜੇ ਵਕੀਲ ਨੇ ਇਹ ਜਿਹੜਾ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਹੈ ਉਹਨਾਂ ਨਾਲ ਜੁੜੇ ਹੋਏ ਨੇ ਤੇ ਉਹ ਸਾਰਿਆਂ ਨੂੰ ਪਤਾ ਹੈ ਕਿ ਫਿਰ ਕਿਸੇ ਵੇਲੇ ਗੱਲ ਅਸੀਂ ਜਿਹੜੇ ਪ੍ਰੋਗਰਾਮ ਵਿੱਚ ਇਸ ਨੂੰ ਐਲੈਬੋਰੇਟ ਕਰਨ ਦਾ ਯਤਨ ਕਰਾਂਗੇ ਕਿ ਉਸ ਸੰਸਥਾ ਦਾ ਕੀ ਕੰਮ ਸੀ ਕਿ ਪੰਜਾਬ ਦੇ ਵਿੱਚੋਂ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ, ਉਸ ਪ੍ਰਤੀ ਆਪਣੀ ਰਿਪੋਰਟਾਂ ਜਿਹੜੀਆਂ ਜਾਰੀ ਕਰਦੇ ਸੀ। ਤੇ ਜਸਵੰਤ ਸਿੰਘ ਖਾਲੜਾ ਖੁਦ ਪੁਲਿਸ ਦੀਆਂ ਵਧੀਕੀਆਂ ਦਾ ਸ਼ਿਕਾਰ ਹੋ ਗਿਆ, ਜਿਸ ਦੇ ਵਿੱਚ ਪੁਲਿਸ ਵਾਲਿਆਂ ਨੂੰ ਸਜ਼ਾ ਵੀ ਹੋਈ ਹੈ। ਉਹਨਾਂ ਦੀ ਪਤਨੀ ਇਲੈਕਸ਼ਨ ਵੀ ਉਹਨਾਂ ਨੇ ਫਾਈਟ ਕੀਤੀ ਸੀ, ਹਾਰ ਗਿਆ ਸੀ ਉਹ। ਇਹ ਉਹਨਾਂ ਦੇ ਉਸ ਸੰਸਥਾ ਨਾਲ ਜੁੜੇ ਹੋਏ ਲੋਕ ਨੇ ਜਿਨ੍ਹਾਂ ਦੇ ਫੋਨਾਂ ਦੀ ਜਾਸੂਸੀ ਜਿਹੜੀ ਹੈ ਉਹ ਹੋਣ ਦੇ ਸ਼ੰਕੇ ਜਿਹੜੇ ਨੇ ਉਹ ਸਾਹਮਣੇ ਆ ਰਹੇ ਜੀ। ਤੇ ਕੁਲਦੀਪ ਜੀ, ਅਗਲੇ ਮੁੱਦਿਆਂ ਤੇ ਤੁਹਾਡੇ ਵਿਚਾਰ ਜਾਣਾਂਗੇ ਇਸ ਅੰਤਰਾਲ ਤੋਂ ਬਾਅਦ। ਸੋ ਦਰਸ਼ਕੋ, ਪੰਜਾਬੀ ਨੈਸ਼ਨਲ ਟੀਵੀ ਤੇ ਤੁਹਾਡਾ ਮਨਪਸੰਦ ਪ੍ਰੋਗਰਾਮ ਵਿਚਾਰ ਚਰਚਾ ਇਸੇ ਤਰ੍ਹਾਂ ਜਾਰੀ ਰਹੇਗਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਹੀਰ ਸਾਹਿਬ, ਹੁਣ ਗੱਲ ਕਰਦੇ ਹਾਂ ਜੰਤਰ ਮੰਤਰ ਦੀ। ਜੰਤਰ ਮੰਤਰ ਤੇ ਕਿਸਾਨ ਸੰਸਦ ਚੱਲ ਰਹੀ ਹੈ, ਇਸ ਤੋਂ ਇਲਾਵਾ ਹੋਰ ਵੀ ਕਈ ਕਾਰਵਾਈਆਂ ਪੈ ਰਹੀਆਂ ਨੇ, ਪਰ ਉੱਥੇ ਕਹਿੰਦੇ ਕਿ ਕੋਈ ਕਾਨੂੰਨੀ ਕਾਰਵਾਈ ਹੋਈ ਹੈ। ਕੀ ਸੱਚਮੁੱਚ ਉੱਥੇ ਕੋਈ ਕਾਨੂੰਨੀ ਕਾਰਵਾਈ ਹੋਈ ਹੈ ਜਾਂ ਕੋਈ ਹੋਰ ਮਾਮਲਾ ਹੈ? ਮਾਮਲਾ ਤਾਂ ਇਹ ਪਿਛਲੇ ਦਿਨ ਦਾ ਹੀ ਆ ਜੀ, ਇੱਕ ਦਿਨ ਪਹਿਲਾਂ ਦਾ ਹੈ ਕਿ ਉੱਥੇ ਇਕੱਠ ਇੱਕ ਰੱਖਿਆ ਗਿਆ ਜੀ। ਇਹ ਬੇਸਿਕਲੀ ਇੱਕ ਯੂਨੀਫਾਰਮ ਸਿਵਲ ਕੋਡ ਲਾਗੂ ਕਰਵਾਉਣ ਵਾਲੀ, ਉਸ ਦੇ ਪੱਖ ਦੀ ਗੱਲ ਕਰਨ ਵਾਲੀ ਇੱਕ ਸੰਸਥਾ ਬਣਾਈ ਹੋਈ ਹੈ ਜੀ। ਯੂਨੀਫਾਰਮ ਸਿਵਲ ਕੋਡ ਇਹ ਹੈ ਕਿ ਜਿਸ ਵਿੱਚ ਇਹ ਆਖਿਆ ਜਾਂਦਾ ਹੈ ਕਿ ਇਸ ਦੇਸ਼ ਵਿੱਚ ਚਾਹੇ ਕੋਈ ਹਿੰਦੂ ਹੈ, ਚਾਹੇ ਮੁਸਲਿਮ ਹੈ, ਚਾਹੇ ਸਿੱਖ ਹੈ, ਚਾਹੇ ਈਸਾਈ ਹੈ, ਉਸ ਦੇ ਜਾਇਦਾਦ ਦੇ ਹੱਕ, ਉਸ ਦੇ ਵਿਆਹ ਦੇ ਹੱਕ, ਤਲਾਕ ਦੇ, ਅਡੋਪਸ਼ਨ ਦੇ, ਗੋਦ ਲੈਣਾ ਭਾਵ ਤੇ ਹੋਰ ਇਸ ਤਰ੍ਹਾਂ ਦੇ ਜਿਹੜੇ 5-7 ਗੱਲਾਂ ਨੇ, ਇਹਨਾਂ ਵਿੱਚ ਸਾਰਿਆਂ ਨੂੰ ਇੱਕ ਸਮਾਨ ਬਰਾਬਰ ਕਰ ਦਿੱਤਾ ਜਾਵੇ ਜੀ। ਕਿਸੇ ਦੇ ਧਰਮ ਦੇ ਹਿਸਾਬ ਨਾਲ ਕੋਈ ਵੀ ਕਾਨੂੰਨ ਜਿਹੜਾ ਹੈ ਉਸ ਨੂੰ ਜਸਟੀਫਾਈ ਨਾ ਕਰੇ, ਉਹ ਇੱਕੋ ਹੀ ਹੋਵੇ ਸਾਰਿਆਂ ਲਈ ਜੀ। ਹੁਣ ਇਸ ਦੇ ਹੱਕ ਵਿੱਚ ਤੇ ਵਿਰੋਧ ਵਿੱਚ ਬਹੁਤ ਸਾਰੇ ਮਾਹਿਰ ਦਲੀਲਾਂ ਦਿੰਦੇ ਰਹਿੰਦੇ ਨੇ, ਇਸ ਵਿੱਚ ਕੋਈ ਸ਼ੱਕ ਨਹੀਂ। ਆਮ ਲੋਕੀ ਕੋਈ ਵੀ ਕਹਿ ਸਕਦਾ ਕਿ ਸਾਰਿਆਂ ਲਈ ਇੱਕ ਹੋਣਾ ਚਾਹੀਦਾ, ਪਰ ਮਾਹਿਰ ਕਈ ਇਹ ਵੀ ਕਹਿੰਦੇ ਨੇ ਕਿ ਇਹ ਕੋਈ ਸਾਡੇ ਲਈ ਕੋਈ ਇੰਨਾ ਵੱਡਾ ਮੁੱਦਾ ਨਹੀਂ। ਦੂਸਰੇ ਦੇ ਧਰਮ ਦੀ ਗੱਲ ਜਿਹੜੀ ਉਹ ਜਿਸ ਨੂੰ ਆਪਣੇ ਤਰੀਕੇ ਨਾਲ ਇਵੋਲਵ ਕਰਨਾ ਚਾਹੁੰਦੇ ਨੇ, ਉਹ ਕਿਉਂ ਚੁੱਭਦੀ ਹੈ ਜਿੰਨੀ ਦੇਰ ਤੱਕ ਸਾਡੇ ਨਾਲ ਇੰਟਰਫੇਅਰ ਨਹੀਂ ਕਰਦੀ, ਸਾਨੂੰ ਭਲਾ ਕਿਉਂ ਚੁੱਭੇਗੀ ਉਹ। ਤੇ ਇਸ ਦੇ ਨਾਲ ਜੇ ਅਸੀਂ ਇੱਕ ਕਰ ਦਿੰਦੇ ਤੇ ਸੀਰੀਅਸ ਰਿਪਰਕਸ਼ਨ ਜਿਹੜੀਆਂ ਪੈਦਾ ਹੋਣਗੀਆਂ, ਫਿਰ ਉਹਨਾਂ ਦਾ ਜ਼ਿੰਮੇਵਾਰ ਕੌਣ ਹੋਵੇਗਾ। ਇਸ ਪ੍ਰਤੀ ਕੋਈ ਠੋਸ ਸਰਕਾਰ ਨੇ ਕੋਈ ਬਹੁਤਾ ਫੈਸਲਾ ਨਹੀਂ ਲਿਆ। 3 ਤਲਾਕ ਦੇ ਮਾਮਲੇ ਦੇ ਵਿੱਚ ਇੱਕ ਜਿਹੜਾ ਪੇਸ਼ਕਦਮੀ ਜੇ ਜ਼ਰੂਰ ਕੀਤੀ ਸੀ, ਪਰ ਅਜੇ ਕੋਈ ਸਰਕਾਰ ਬਹੁਤਾ ਕੁਝ ਨਹੀਂ ਕਰ ਰਹੀ। ਪਰ ਉਹਨਾਂ ਨੂੰ ਮਜਬੂਰ ਕੌਣ ਕਰ ਸਕਦਾ ਜਦੋਂ ਸਰਕਾਰ ਦੇ ਆਪਣੇ ਬੰਦੇ ਕਹਿਣ ਲੱਗ ਪੈਣ ਕਿ ਇਸ ਤਰ੍ਹਾਂ ਦਾ ਕੋਈ ਕਾਨੂੰਨ ਚਾਹੀਦਾ ਜਾਂ ਨਹੀਂ ਚਾਹੀਦਾ, ਜਾਂ ਇਸ ਨੂੰ ਖਤਮ ਕਰ ਦਿਓ ਜਾਂ ਲਾਗੂ ਕਰ ਦਿਓ, ਫਿਰ ਸਰਕਾਰ ਨੇ ਤਾਂ ਕੋਈ ਨਾ ਕੋਈ ਕਰਨਾ ਹੈ।
ਹੁਣ ਇਸੇ ਤਰ੍ਹਾਂ ਇੱਕ ਸੁਪਰੀਮ ਕੋਰਟ ਦੇ ਵਕੀਲ ਨੇ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਅਸ਼ਵਨੀ ਉਪਾਧਿਆਏ ਜੀ ਉਹਨਾਂ ਦੇ ਨਾਲ 4-5 ਹੋਰ ਵੀ ਨੇ। ਇਹਨਾਂ ਨੇ ਜੰਤਰ ਮੰਤਰ ਤੇ ਪੁਲਿਸ ਦੀ ਪਰਮਿਸ਼ਨ ਤੋਂ ਬਿਨਾਂ ਇੱਕ ਇਕੱਠ ਕੀਤਾ ਜਿਸ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਦੇ ਮੁੱਦੇ ਤੇ ਭੜਕਾਊ ਤਕਰੀਰਾਂ ਵੀ ਹੋਈਆਂ, ਜੀ ਨਾਅਰੇਬਾਜ਼ੀ ਜੰਮ ਕੇ ਹੋਈ, ਵੀਡੀਓ ਵੀ ਬਣਾਈ ਗਈ ਤੇ ਫੋਟੋਆਂ ਵੀ ਟਵਿੱਟਰ ਤੇ ਸਾਂਝੀਆਂ ਕੀਤੀਆਂ ਗਈਆਂ ਉਪਾਧਿਆਏ ਜੀ ਵੱਲੋਂ। ਜੀ ਤੇ ਪੁਲਿਸ ਨੇ ਜਦੋਂ ਦੇਖੀਆਂ ਤੇ ਪੁਲਿਸ ਦਿੱਲੀ ਪੁਲਿਸ ਜਿਨ੍ਹਾਂ ਦੇ ਬਾਰੇ ਪਿਛਲੇ ਦਿਨਾਂ ਵਿੱਚ ਇੰਨੀਆਂ ਗੱਲਾਂ ਹੋਈਆਂ ਪਿਛਲੇ ਮਹੀਨਿਆਂ 'ਚ, ਜੀ ਉਹ ਕਹਿੰਦੇ ਜੀ ਅਸੀਂ ਅਣਪਛਾਤੇ ਲੋਕਾਂ ਦੇ ਖਿਲਾਫ ਕੇਸ ਦਰਜ ਕਰ ਲਿਆ। ਸਬੂਤ ਸਾਹਮਣੇ ਤੇ ਫਿਰ ਵੀ ਅਣਪਛਾਤੇ ਇੱਥੇ ਕਰ ਲਿਆ ਜਾਂਦਾ, ਜੀ ਪੰਜਾਬ ਵਿੱਚ ਵੀ ਹੋਇਆ ਇਸ ਤਰ੍ਹਾਂ। ਜੀ ਅਣਪਛਾਤੇ ਪੁਲਿਸ ਮੈਨਾਂ ਤੇ ਕੇਸ ਦਰਜ ਹੋਇਆ ਸੀ ਪੰਜਾਬ 'ਚ। ਜੀ ਹੁਣ ਉਹ ਕੇਸ ਦਰਜ ਹੋਇਆ, ਫਿਰ ਜਦੋਂ ਰੌਲਾ ਰੱਪਾ ਪਿਆ ਕਿ ਦਿਸ ਰਿਹਾ ਸਾਹਮਣੇ, ਜੀ ਆਹ ਦੇਖੋ ਪੋਸਟਾਂ ਪਈਆਂ ਹੋਈਆਂ, ਆਹ ਬੰਦੇ ਨੇ ਆਹ ਨਾਅਰੇ ਲਾ ਰਹੇ ਨੇ, ਤੁਸੀਂ ਫਲਾਨਾ ਭੜਕਾਊ ਤਕਰੀਰ ਕਰ ਰਿਹਾ ਜੀ ਤੇ ਮੁਸਲਮਾਨਾਂ ਦੇ ਖਿਲਾਫ ਉਸ ਇਕੱਠ ਦੇ ਵਿੱਚ ਭੜਕਾਊ ਤਕਰੀਰਾਂ ਕੀਤੀਆਂ ਗਈਆਂ, ਭੜਕਾਊ ਨਾਅਰੇ ਲਾਏ ਗਏ, ਇੱਥੋਂ ਤੱਕ ਕਿ ਕੁਝ ਪ੍ਰਾਈਵੇਟ ਚੈਨਲਾਂ ਦੇ ਕੋਈ ਛੋਟੇ-ਮੋਟੇ ਕਾਰਕੁਨ ਜਾਂ ਕੈਮਰਾਮੈਨ ਜਾਂ ਰਿਪੋਰਟਰ ਉੱਥੇ ਪਹੁੰਚੇ ਜੀ ਤੇ ਉਹਨਾਂ ਨਾਲ ਧੱਕਾ ਮੁੱਕੀ ਕੀਤੀ ਗਈ ਤੇ ਉਹਨਾਂ ਵਿੱਚੋਂ ਇੱਕ ਨੂੰ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਣ ਲਈ ਮਜਬੂਰ ਵੀ ਕੀਤਾ ਗਿਆ। ਜੀ ਤੇ ਜਦੋਂ ਉਹਨੇ ਨਾ ਕਰ ਦਿੱਤੀ ਤੇ ਫਿਰ ਉਸ ਨੂੰ ਜਿਹਾਦੀ ਕਹਿ ਕੇ ਜਿਹੜਾ ਸੀ ਉੱਥੇ ਭੰਡਿਆ ਗਿਆ। ਜੀ ਹੁਣ ਇਸ ਤਰ੍ਹਾਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਹੈ ਕਿਸੇ ਨੂੰ, ਜੀ ਪਰ ਇੱਥੇ ਹੋ ਜਾਂਦਾ ਹੈ। ਇੱਕ ਸਾਡੇ ਆਗੂ ਨੇ ਭਾਰਤੀ ਜਨਤਾ ਪਾਰਟੀ ਦੇ, ਉਹਨਾਂ ਦੇ ਮਾਤਾ ਜੀ ਵੀ ਕਾਫੀ ਵੱਡੇ ਮੰਤਰੀ ਕਹਾਉਂਦੇ ਰਹੇ ਨੇ ਆਪਣੇ ਆਪ ਨੂੰ, ਜੀ ਤੇ ਉਹਨਾਂ ਦੇ ਬੇਟੇ ਨੇ ਭੜਕਾਊ ਤਕਰੀਰ ਕੀਤੀ ਸੀ ਕਾਫੀ ਸਾਲ ਪਹਿਲਾਂ, ਵੀਡੀਓ ਸਾਰਿਆਂ ਨੇ ਦੇਖੀ ਸੀ ਤੇ ਅਦਾਲਤ ਨੇ ਖਾਰਜ ਕਰ ਦਿੱਤਾ ਸੀ ਮਾਮਲਾ। ਜੀ ਚਲੋ ਅਸੀਂ ਹੁਣ ਇੱਥੇ ਦੀ ਗੱਲ ਕਰਦੇ ਹਾਂ। ਜੀ ਗਜੇਂਦਰ ਚੌਹਾਨ ਵੀ ਉਸ ਮੌਕੇ ਤੇ ਹਾਜ਼ਰ ਸੀ, ਉਹ ਵੀ ਭਾਜਪਾ ਦੇ ਆਗੂ ਨੇ। ਜੀ ਭੀੜ ਨੇ ਜਿਹੜਾ ਸੀ ਭੀੜ ਨੂੰ ਉਕਸਾ ਕੇ ਜਿਹੜਾ ਸੀ ਉੱਥੇ ਜਿਹੜਾ ਸੀ ਵੱਖ-ਵੱਖ ਗੱਲਾਂ ਉਹਨਾਂ ਤੋਂ ਕੀਤੀਆਂ ਗਈਆਂ। ਹੁਣ ਪੁਲਿਸ ਨੇ ਫਿਰ ਜਦੋਂ ਦਬਾਅ ਪੈਂਦਾ ਦੱਸਿਆ ਤਾਂ ਫਿਰ ਉਪਾਧਿਆਏ ਜੀ ਜੀ ਤੇ 4 ਹੋਰਨਾਂ ਤੇ ਕਾਰਵਾਈ ਕੀਤੀ ਹੈ। ਅਜੇ ਵੀ ਕੁਝ ਗੱਲਾਂ ਜਿਹੜੀਆਂ ਨੇ ਪੈਂਡਿੰਗ ਰੱਖ ਲਈਆਂ ਨੇ, ਜੀ ਪਰ ਮੂੰਹ ਮੁਲਾਜੇ ਵਾਸਤੇ ਕੁਝ ਲੋਕਾਂ ਨੂੰ ਆਪਣੇ ਘੇਰੇ ਦੇ ਵਿੱਚ ਲੈ ਆਂਦਾ ਤੇ ਜੰਤਰ ਮੰਤਰ ਤੇ ਜਿੰਨਾ ਕੁਛ ਹੋਇਆ ਜੀ ਉਸ ਤੇ ਦਬਾਅ ਜਿਹੜਾ ਬਣਦਾ ਜਾ ਰਿਹਾ, ਪਰ ਕਿੰਨਾ ਕੁ ਅੱਗੇ ਵਧੇਗਾ ਤੇ ਕਿਸ ਕੇਸ ਦੀ ਜਾਂਚ ਥੋਰੋਲੀ ਕਿੰਨੀ ਕੁ ਹੋਵੇਗੀ, ਜੀ ਇਸ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ। ਤੇ ਇਸ ਵੇਲੇ ਝੜੂਣੀ ਬਾਰੇ ਵੀ ਕੁਝ ਕਿਹਾ ਜਾ ਸਕਦਾ ਹੈ, ਕਿਉਂਕਿ ਕਿਸਾਨ ਮੋਰਚੇ ਤੋਂ ਉਹਨਾਂ ਨੂੰ ਮੁਅੱਤਲ ਕੀਤਾ ਗਿਆ ਸੀ, ਉਹ ਪੰਜਾਬ ਮਿਸ਼ਨ ਦੀ ਗੱਲ ਕਰਦੇ ਨੇ ਤੇ ਹੁਣ ਸਿਆਸਤ ਵਿੱਚ ਪੱਕੇ ਪੈਰੀ ਆ ਰਹੇ ਨੇ। ਭਾਰਤੀ ਆਰਥਿਕ ਪਾਰਟੀ ਦਾ ਪਹਿਲਾਂ ਨਾਂ ਸੁਣਿਆ ਤੁਸੀਂ? ਨਹੀਂ। ਇਹ ਹੁਣ ਸੁਣ ਲਓ। ਜੀ ਇਹ ਪਾਰਟੀ ਬਣਾ ਲਈ ਹੈ ਗੁਰਨਾਮ ਸਿੰਘ ਝੜੂਣੀ ਹੋਣਾ ਨੇ। ਜੀ ਹਰਿਆਣੇ ਦੇ ਆਗੂ ਨੇ ਤੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਜਿੰਨੇ ਕੁ ਕਿਸਾਨ ਆਗੂਆਂ ਨੂੰ ਵਿਅਕਤੀਗਤ ਤੌਰ ਤੇ ਮੈਂ ਮਿਲਿਆ ਜੀ ਤੇ ਜਾਂ ਉਹਨਾਂ ਨੂੰ ਜਦੋਂ ਮਿਲਦੇ ਗੱਲਬਾਤ ਕਰਦੇ ਤੇ ਉਹ ਗੁਰਨਾਮ ਸਿੰਘ ਦੇ ਬਾਰੇ ਇਹੋ ਹੀ ਆਖਦੇ ਨੇ ਕਿ ਬਹੁਤ ਤਿੱਖੇ ਨੇ ਜੀ ਤੇ ਬਹੁਤ ਗਰਮ ਸੁਭਾਅ ਦੇ ਨੇ ਜੀ ਤੇ ਉਹ ਬੜੇ ਸਮਾਰਟ ਨੇ, ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ। ਖੈਰ ਉਹ ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਅੰਗ ਰਹੇ ਨੇ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਤੇ ਹਰਿਆਣੇ ਦੇ ਕਿਸਾਨਾਂ ਨੂੰ ਲਾਮਬੰਦ ਕਰਨ ਦੇ ਵਿੱਚ ਜਿੰਨਾ ਗੁਰਨਾਮ ਸਿੰਘ ਝੜੂਣੀ ਦਾ ਯੋਗਦਾਨ ਹੈ ਉਹ ਹੋਰ ਵੀ ਕਿਸੇ ਦਾ ਹੋਵੇਗਾ, ਪਰ ਝੜੂਣੀ ਦਾ ਕਾਫੀ ਵਧੇਰੇ ਰਿਹਾ ਤੇ ਝੜੂਣੀ ਮੋਹਰੇ ਰਹੇ ਨੇ, ਅਗਾਂਹ ਵਾਲੀ ਕਤਾਰ ਦੇ ਵਿੱਚ ਹੀ ਰਹੇ ਨੇ। ਜੀ ਹੁਣ 31-32 ਕਿਸਾਨ ਜਥੇਬੰਦੀਆਂ ਨੇ, ਜੇ ਉਂਗਲਾਂ ਤੇ ਨਾਮ ਗਿਣਨੇ ਹੁਣ ਤੇ 10-12 ਕਿਸਾਨਾਂ ਦੇ ਬੇਸਿਕਲੀ ਕਿਸਾਨ ਆਗੂਆਂ ਦੇ ਨਾਮ ਜਿਹੜੇ ਨੇ 32 ਜਥੇਬੰਦੀਆਂ ਦੇ ਵਿੱਚੋਂ ਸਾਹਮਣੇ ਆ ਜਾਂਦੇ ਨੇ। ਜੀ ਉਹਨਾਂ ਵਿੱਚੋਂ ਇੱਕ ਗੁਰਨਾਮ ਸਿੰਘ ਝੜੂਣੀ ਦਾ। ਜੀ ਪਰ ਗੁਰਨਾਮ ਸਿੰਘ ਝੜੂਣੀ ਹਰਿਆਣੇ ਨੂੰ ਛੱਡ ਕੇ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਪੈਰ ਪਸਾਰਨ ਦੇ ਯਤਨ ਕਰ ਰਹੇ ਨੇ। ਜੀ ਜੰਤਰ ਮੰਤਰ ਤੇ ਜਾਣ ਦਾ ਮੌਕਾ ਤਾਂ ਮਿਲਿਆ ਨਹੀਂ, ਕਿਉਂਕਿ ਸੰਯੁਕਤ ਕਿਸਾਨ ਮੋਰਚੇ ਨੇ ਉਹਨਾਂ ਨੂੰ 1 ਹਫ਼ਤੇ ਲਈ ਮੁਅੱਤਲ ਕਰ ਦਿੱਤਾ ਸੀ ਕਿ ਤੁਸੀਂ ਰਾਜਨੀਤਿਕ ਗਤੀਵਿਧੀਆਂ 'ਚ ਸ਼ਾਮਲ ਹੋ ਰਹੇ ਹੋ ਤੇ ਇਸ ਮੋਰਚੇ ਨੂੰ ਜਾਂ ਕਿਸਾਨ ਮੰਗਾਂ ਨੂੰ ਰਾਜਨੀਤਿਕ ਰੰਗ ਦੇ ਰਹੇ ਹੋ। ਜੀ ਤੇ ਅਸੀਂ ਰਾਜੇਵਾਲ ਸਾਹਿਬ ਕਹਿੰਦੇ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਕਿ ਸਾਡਾ ਉਦੇਸ਼ ਅਜੇ ਸਿਰਫ ਕਾਨੂੰਨ ਰੱਦ ਕਰਾਉਣਾ, ਜੇ ਇੱਧਰ ਨੂੰ ਹੋਵਾਂਗੇ ਤਾਂ ਉਲਝ ਜਾਵਾਂਗੇ। ਜੀ ਇੱਥੇ ਹੁਣ ਮਾਹਿਰਾਨਾ ਰਾਏ ਵੀ ਜਿਹੜੀ ਆ ਉਹ ਵੀ ਕਈ ਲੋਕ ਵੱਖਰੇ ਵਿਚਾਰ ਰੱਖਦੇ ਨੇ। ਜੀ ਮੈਂ ਇਸ ਤੇ ਕੁਝ ਨਹੀਂ ਕਹਿਣਾ ਚਾਹੁੰਦਾ, ਪਰ ਵਿਅਕਤੀਗਤ ਤੌਰ ਤੇ ਜੇ ਥੋੜ੍ਹੀ ਜਿਹੀ ਗੱਲ ਕਰੀਏ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜੇ ਹੁਣ ਕਿਸਾਨ ਸਿੱਧੇ ਤੌਰ ਤੇ ਚੋਣਾਂ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਤੇ ਜਿਸ ਕੰਮ ਵਾਸਤੇ ਮੋਰਚਾ ਲੱਗਾ ਹੋਇਆ ਤੇ ਉਹ ਇੰਨੇ ਲੋਕਾਂ ਦੀਆਂ ਜਾਨਾਂ ਗਈਆਂ ਨੇ, ਇੰਨਾ ਸਮਾਂ ਵਿਅਰਥ ਤੇ ਪੈਸਾ ਵਿਅਰਥ ਹੋਇਆ ਜੀ ਤੇ ਉਹ ਫਿਰ ਉਹ ਥੋੜਾ ਮਾਮਲਾ ਜਿਹੜਾ ਖਟਾਈ 'ਚ ਪੈਂਦਾ ਜਾਪਦਾ ਹੈ। ਪਰ ਦੂਸਰੇ ਪਾਸੇ ਮਾਹਰ ਜਿਹੜੇ ਨੇ ਕਹਿੰਦੇ ਨੇ ਕਿ ਫਿਰ ਜੇ ਕਿਸਾਨਾਂ ਦੀ ਆਪਣੀ ਸਰਕਾਰ ਹੋਵੇਗੀ ਤੇ ਫਿਰ ਸਾਨੂੰ ਸੜਕਾਂ ਤੇ ਬਹਿਣ ਦੀ ਲੋੜ ਨਹੀਂ ਪਏਗੀ। ਇਹ ਦੋਨੇ ਪੱਖ ਨੇ, ਤੱਥ ਨੇ। ਗੁਰਨਾਮ ਸਿੰਘ ਝੜੂਣੀ ਨੇ ਲੱਗਦਾ ਕਿ ਦੂਸਰਾ ਤੱਥ ਜਿਹੜਾ ਸਮਝ ਲਿਆ ਤੇ ਉਹ ਗੱਲ ਵੀ ਉਹੀ ਕਰਦੇ ਨੇ। ਉਹ ਕਹਿੰਦੇ ਨੇ ਕਿ ਦੇਖੋ ਜੇ ਸਾਡੇ ਹੱਥ 'ਚ ਸਰਕਾਰ ਸਾਡੀ ਆਪਣੀ ਹੋਵੇਗੀ ਤੇ ਫਿਰ ਕਾਨੂੰਨ ਅਸੀਂ ਆਪ ਬਣਾਵਾਂਗੇ, ਸਾਨੂੰ ਕਿਸੇ ਵੱਲ ਨੂੰ ਦੇਖਣ ਦੀ ਲੋੜ ਨਹੀਂ।
ਭਾਰਤੀ ਆਰਥਿਕ ਪਾਰਟੀ ਨਾਂ ਦੀ ਉਹਨਾਂ ਨੇ ਪਾਰਟੀ ਲਾਂਚ ਕਰ ਦਿੱਤੀ ਹੈ ਤੇ ਵਪਾਰੀ ਵਰਗ ਦੇ ਕੁਝ ਨੁਮਾਇੰਦਿਆਂ ਨੇ ਉਹਨਾਂ ਦਾ ਸਹਿਯੋਗ ਕੀਤਾ ਹੈ ਜੀ ਤੇ ਉਹਨਾਂ ਨੇ ਪੰਜਾਬ ਵਿੱਚ ਕਹਿ ਦਿੱਤਾ ਕਿ ਆਉਂਦੀਆਂ ਚੋਣਾਂ ਵਿੱਚ 100 ਦੀ 17 ਦੀਆਂ 17 ਸੀਟਾਂ ਤੇ ਅਸੀਂ ਆਪਣੇ ਉਮੀਦਵਾਰ ਜਿਹੜੇ ਨੇ ਖੜੇ ਕਰਨੇ ਨੇ ਤੇ ਉਹਨਾਂ ਨੇ ਹੋਰ ਕੋਈ ਸਾਡਾ ਉਦੇਸ਼ ਨਹੀਂ ਤੇ ਕਿਸਾਨਾਂ ਦੇ ਮੁੱਦਿਆਂ ਦੀ ਅਸੀਂ ਗੱਲ ਕਰਾਂਗੇ ਤੇ ਕਿਸਾਨਾਂ ਦੇ ਨਾਂ ਤੇ ਅਸੀਂ ਚੋਣਾਂ ਲੜਾਂਗੇ ਜੀ ਤੇ ਅਗਲੀ ਰਣਨੀਤੀ ਫਿਰ ਬਾਅਦ ਵਿੱਚ ਦੱਸਾਂਗੇ। ਠੀਕ। ਤੇ ਕੁਲਦੀਪ ਜੀ, ਹੁਣ ਕਰੋਨਾ ਦੀ ਤੀਜੀ ਲਹਿਰ ਕਿਤੇ ਬਹੁਤ ਜ਼ਿਆਦਾ ਨਜ਼ਰ ਆ ਰਹੀ ਹੈ, ਕਿਤੇ ਅਜੇ ਮਾਮਲੇ ਘੱਟ ਨੇ, ਪਰ ਇਸ ਦੌਰਾਨ ਜਿਹੜੇ ਇਸ ਦੇਸ਼ ਵਿੱਚ ਨੇ ਉਹ ਵਿਦੇਸ਼ ਜਾਣ ਦੀ ਇੱਛਾ ਰੱਖਦੇ ਨੇ ਤੇ ਉਹਨਾਂ ਲਈ ਕੋਈ ਖੁਸ਼ਖਬਰੀ ਨਜ਼ਰ ਆਉਂਦੀ ਤੁਹਾਨੂੰ? ਖੁਸ਼ਖਬਰੀ ਇਹੋ ਹੀ ਹੈ ਕਿ ਕਿਰਾਏ ਬਹੁਤ ਵਧੇ ਹੋਏ ਨੇ। ਅੱਛਾ ਜੀ, ਇਹ ਖੁਸ਼ਖਬਰੀ ਤਾਂ ਨਹੀਂ ਲੱਗਦੀ ਜੀ ਪਰ ਬਾਈ ਚੋਇਸ ਹੁੰਦਾ ਜੀ, ਮਜਬੂਰੀ ਵੀ ਹੁੰਦੀ ਹੈ ਕਿਸੇ ਦੀ ਜੀ ਪਰ ਬਹੁਤੇ ਲੋਕਾਂ ਨੂੰ ਜਿਵੇਂ ਸਟੂਡੈਂਟ ਨੇ ਜੇ ਹੁਣ ਸੈਸ਼ਨ ਸ਼ੁਰੂ ਹੋ ਰਿਹਾ ਤੇ ਜਾਣਾ ਪਏਗਾ ਜੀ ਤੇ ਉਹ ਜਾ ਰਹੇ ਨੇ। ਸਟੂਡੈਂਟਸ ਜਿਹੜੇ ਨੇ ਕੈਨੇਡਾ ਨੂੰ 2-2 2.5 ਲੱਖ ਦੀਆਂ ਟਿਕਟਾਂ ਘੁੰਮ ਕੇ ਕੋਈ ਕਿਸੇ ਪਾਸੇ ਦੀ ਜਾ ਰਹੇ ਨੇ। ਜੀ ਹੁਣ ਲੰਡਨ ਵਾਸਤੇ 에ਅਰ ਇੰਡੀਆ ਨੇ ਐਲਾਨ ਕੀਤਾ ਹੈ ਕਿ ਅੰਮ੍ਰਿਤਸਰ ਲੰਡਨ ਨਾਨ ਸਟਾਪ ਇੱਕ ਫਲਾਈਟ ਅਸੀਂ ਜਿਹੜੀ ਹੈ ਉਹ ਸ਼ੁਰੂ ਕਰ ਰਹੇ ਹਾਂ। ਜੀ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉੱਡੇਗੀ ਤੇ ਲੰਡਨ ਹੀਥਰੋ ਤੇ ਜਾਵੇਗੀ। ਜੀ ਇਹ ਬਹੁਤ ਸ਼ਾਰਟਕਟ ਰਸਤਾ ਹੈ ਪੰਜਾਬੀਆਂ ਲਈ। ਪੰਜਾਬੀ ਜਦੋਂ ਹੀਥਰੋ ਪਹੁੰਚਦੇ ਨੇ ਤੇ ਫਿਰ ਸਾਰੀ ਦੁਨੀਆ ਦਾ ਗੇਟਵੇ ਜਿਹੜਾ ਉੱਥੋਂ ਖੁੱਲ੍ਹ ਜਾਂਦਾ। ਜੀ ਪਰ ਅਸੀਂ ਭੁੱਲ ਜਾਂਦੇ ਹਾਂ ਇਹ ਕਰੋਨਾ ਕਾਲ ਚੱਲ ਰਿਹਾ ਹੈ। ਜੀ ਇਹ ਸਿਰਫ 2 ਕੁ ਹਫ਼ਤੇ ਵਾਸਤੇ ਇਹ ਜਿਹੜੀ 15 ਅਗਸਤ ਤੋਂ ਜਿਹੜੀ ਇੱਕ ਸੁਵਿਧਾ ਜਿਹੜੀ ਹੈ ਉਹ 에ਅਰ ਇੰਡੀਆ ਦੇ ਰਿਹਾ। ਉਹਨਾਂ ਨੇ ਕਿਹਾ ਕਿ ਇੱਕ ਵਾਰੀ ਜਿਹੜੇ ਹਨ ਜਿਵੇਂ ਕੋਈ ਕੁਛ ਮੁਹਿੰਮ ਚਲਾਈ ਗਈ ਸੀ ਕੁਛ ਭਾਰਤੀਆਂ ਨੂੰ ਲਿਆਉਣ ਦੀ ਤੇ ਇੱਥੇ ਫਸੇ ਵਿਦੇਸ਼ੀ ਨਾਗਰਿਕਾਂ ਨੂੰ ਉੱਧਰ ਛੱਡਣ ਦੀ, ਉਸੇ ਤਹਿਤ ਇਹ ਜਿਹੜੀਆਂ ਅੰਮ੍ਰਿਤਸਰ ਤੋਂ ਕੁਛ ਗਿਣਤੀ ਦੀਆਂ ਉਡਾਨਾਂ ਜਿਹੜੀਆਂ ਹਨ ਉਹ ਜਾਣਗੀਆਂ ਤੇ ਜਿਹੜੀ ਸਥਿਤੀ ਹੈ ਉਹ ਪੁਰਾਣੀ ਹੈ। ਜੀ ਸਟੇਟਸ ਉਸੇ ਤਰ੍ਹਾਂ ਹੀ ਹੈ, ਕੋਈ ਬਹੁਤਾ ਬਣ ਨਹੀਂ ਰਿਹਾ। ਜੇ ਅਸੀਂ ਘੱਟੋ ਘੱਟ 에ਅਰ ਇੰਡੀਆ ਦੀ ਗੱਲ ਕਰੀਏ ਤੇ ਜਿੱਦਾਂ ਇੱਕ ਸਾਡੀ ਫਲੈਗਸ਼ਿਪ ਕੈਰੀਅਰ ਹੈ ਤੇ ਸਰਕਾਰੀ 에ਅਰਲਾਈਨ ਹੈ ਤੇ ਇਸ ਦੇ ਹਾਲਾਤ ਜੋ ਹਨ ਸਾਰੇ ਸਾਨੂੰ ਪਤਾ ਹੈ ਕਿ ਉੱਧਰੋਂ ਕੋਵਿਡ ਨੇ ਮਹਾਮਾਰੀ ਨੇ ਘੇਰਿਆ ਹੋਇਆ ਤੇ ਸਰਕਾਰ ਵੀ ਆਰਥਿਕ ਮੰਦੀ ਦੇ ਦੌਰ 'ਚੋਂ ਗੁਜ਼ਰ ਰਹੀ ਹੈ। 에ਅਰ ਇੰਡੀਆ ਦਾ ਬਹੁਤਾ ਕੁਝ ਬਣਦਾ ਹੋਇਆ ਨਜ਼ਰ ਨਹੀਂ ਆ ਰਿਹਾ ਤੇ ਪੰਜਾਬੀਆਂ ਵਾਸਤੇ NRIਆਂ ਦੀ ਚੁਰੋਕਣੀ ਜਿਹੜੀ ਮੰਗ ਹੈ ਸ਼ੁਰੂ ਤੋਂ ਰਹੀ ਹੈ ਕਿ ਸਾਨੂੰ ਅੰਮ੍ਰਿਤਸਰ ਦੇ ਨਾਲ ਜਾਂ ਚੰਡੀਗੜ੍ਹ ਨਾਲ ਜਾਂ ਕਿਸੇ ਹੋਰ ਪੰਜਾਬ ਦੇ ਹਵਾਈ ਅੱਡੇ ਨਾਲ ਜੋੜਿਆ ਜਾਵੇ। ਉਹ ਅਜੇ ਕੋਈ ਇਹੋ ਜਿਹੀ ਕੋਈ ਉਮੀਦ ਦੀ ਕਿਰਨ ਨਹੀਂ ਹੈ। ਸਿਰਫ ਇੱਕ ਰਾਹਤ ਜਿਹੜੀ ਹੈ ਲੰਡਨ ਤੱਕ ਜਿਹੜੀ ਹੈ 에ਅਰ ਇੰਡੀਆ ਵੱਲੋਂ 2 ਹਫ਼ਤਿਆਂ ਵਾਸਤੇ ਕੁਛ ਫਲਾਈਟਾਂ ਗਿਣਤੀ ਨੇ ਸ਼ਾਇਦ 2 ਜਾਂ 4 ਜਾਂ 5 ਹੋਣਗੀਆਂ ਜਾਂ 12-13 ਫਲਾਈਟਾਂ ਕਹਿੰਦੇ ਨੇ, ਪਤਾ ਨਹੀਂ ਕਿੰਨੀਆਂ ਹੁਣ ਅਸਲ ਵਿੱਚ ਜਾਂਦੀਆਂ ਨੇ। ਕਈ ਵਾਰੀ ਇਹ ਵੀ ਹੋ ਜਾਂਦਾ 에ਅਰ ਇੰਡੀਆ ਨਾਲ ਕਿ ਤੁਸੀਂ ਸਮਾਨ ਚੁੱਕ ਕੇ ਉੱਥੇ ਗਏ ਤਾਂ ਉੱਥੇ ਜਾ ਕੇ ਕਹਿੰਦੇ ਨੇ ਕਿ ਅੱਜ ਫਲਾਈਟ ਨਹੀਂ ਹੈ। ਜੀ ਤੇ ਕੁਲਦੀਪ ਜੀ, ਇਸ ਦੌਰਾਨ ਥੋੜੇ ਜਿਹੇ ਸ਼ਬਦਾਂ 'ਚ ਕੈਨੇਡਾ ਨੇ ਹਵਾਈ ਪਾਬੰਦੀਆਂ ਫਿਰ ਤੋਂ ਵਧਾ ਦਿੱਤੀਆਂ ਨੇ। ਇਹ ਵੈਸੇ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਖਤਮ ਕਰਨਗੇ ਜੀ ਪਰ ਅਜੇ ਸ਼ਾਇਦ ਉਹ ਜਿਹੜਾ ਸਿਸਟਮ ਹੈ ਇੱਥੇ ਚੱਲ ਰਿਹਾ ਹੈ ਕਿ ਟੈਸਟਿੰਗ ਤੇ ਵੈਕਸੀਨੇਸ਼ਨ, ਅਸਲੋਂ ਜਿਹੜੀ ਗੱਲ ਹੈ ਵੈਕਸੀਨੇਸ਼ਨ ਤੇ ਸਮੱਸਿਆ ਆ ਕੇ ਖੜੀ ਹੈ। ਵੈਕਸੀਨੇਸ਼ਨ ਦੇ ਮਾਮਲੇ 'ਚ ਬਹੁਤ ਸਾਰੀਆਂ ਊਣਤਾਈਆਂ ਸਾਹਮਣੇ ਆ ਰਹੀਆਂ ਨੇ। ਕੁਝ ਜਿਵੇਂ ਵੈਕਸੀਨੇਸ਼ਨ ਹੋਣੀ ਚਾਹੀਦੀ ਹੈ, ਜੇ ਅਸੀਂ ਕਹੀਏ ਕਿ ਵੈਕਸੀਨੇਸ਼ਨ ਸੈਂਟਰਾਂ 'ਤੇ ਬਹੁਤ ਜ਼ਿਆਦਾ ਰਸ਼ ਹੈ ਉਹ ਵੀ ਨਹੀਂ ਵੇਖਣ ਨੂੰ ਮਿਲ ਰਿਹਾ। ਪਰ ਲੋਕਾਂ ਨੂੰ ਇੱਕ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈ, ਹੁਣ ਜਿਵੇਂ ਸਕੂਲ ਖੋਲ੍ਹਣ ਦੀ ਗੱਲ ਸੀ, ਪੰਜਾਬ ਸਰਕਾਰ ਨੇ ਸਕੂਲ ਖੋਲ੍ਹਣ ਦੇ ਮਾਮਲੇ ਵਿੱਚ ਜਲਦੀ ਤਾਂ ਵਿਖਾਈ, ਫਿਰ ਕੁਛ ਆਦੇਸ਼ ਜਿਹੜੇ ਸੀ ਪ੍ਰਾਈਵੇਟ ਸਕੂਲਾਂ 'ਤੇ ਆਪਣੇ 'ਤੇ ਛੱਡ ਦਿੱਤੇ, ਕੁਛ ਵਾਪਸ ਲੈ ਲਏ, ਹੁਣ ਫੇਰ ਭੰਬਲ ਭੂਸੇ ਵਿੱਚ ਪਏ ਹੋਏ ਨੇ ਸਾਰੇ। ਇਸ ਤਰ੍ਹਾਂ ਦਾ ਭੰਬਲ ਭੂਸਾ ਜਿਹਾ ਕ੍ਰੀਏਟ ਹੋਇਆ ਹੈ ਖਾਸ ਤੌਰ 'ਤੇ ਟੀਕਾਕਰਨ ਨੂੰ ਲੈ ਕੇ। ਤੇ ਜਿੱਦਣ ਉਹ ਠੀਕ ਹੋਵੇਗਾ ਤੇ ਜਿਹੜੇ ਵੈਕਸੀਨ ਲਗਵਾ ਚੁੱਕੇ ਵੈਕਸੀਨੇਟਡ ਲੋਕਾਂ ਦੀ ਗਿਣਤੀ ਵਧੇਗੀ, ਕੈਨੇਡਾ ਵਾਲੇ ਮੈਨੂੰ ਲੱਗਦਾ ਕਿ ਫੇਰ ਖੋਲ੍ਹਣਗੇ। ਤੇ ਕੁਲਦੀਪ ਜੀ, ਇਸ ਵੇਲੇ ਇਸ ਪ੍ਰੋਗਰਾਮ ਦਾ ਸਮਾਂ ਮੁੱਕ ਰਿਹਾ। ਤੁਸੀਂ ਸਟੂਡੀਓ 'ਚ ਆਏ, ਵੱਖ-ਵੱਖ ਮੁੱਦਿਆਂ ਤੇ ਆਪਣੇ ਵਿਚਾਰ ਵਿਸਥਾਰ ਨਾਲ ਸਾਂਝੇ ਕੀਤੇ, ਤੁਹਾਡਾ ਬਹੁਤ-ਬਹੁਤ ਧੰਨਵਾਦ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਵਿਚਾਰ ਚਰਚਾ ਦੇ ਅੱਜ ਦੇ ਇਸ ਸਿਲਸਿਲੇ ਨਾਲ ਜੁੜਨ ਲਈ। ਨਵੇਂ ਮੁੱਦਿਆਂ ਦੇ ਨਾਲ ਫੇਰ ਤੋਂ ਹਾਜ਼ਰ ਹੋਵਾਂਗੇ। ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ TV। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।